बिस्मिल्लाहिर्रहमानिर्रहीम, अस्सलाम वालेकुम नाज़रीन। मैं हूँ आपके साथ आपका मेज़बान नईम भट्टी और आप देख रहे हैं प्रोग्राम ताक़ुब। नाज़रीन, क़यामत खुद बताएगी कि क़यामत क्यों ज़रूरी थी। जी हाँ नाज़रीन, शादरा की थाना शादरा की हदूद में इंतहाई अफसोसनाक वाक़या पेश आया है, जहाँ पर जालिम शौहर ने, जहाँ पर जल्लाद बाप ने अपनी बीवी के ऊपर पेट्रोल छिड़का और उसको आग लगा दी। अपनी बीवी ही नहीं बल्कि उसने अपनी 3 बच्चियों को जो है आग लगा दी। और अफसोसनाक बात यह है कि जो सबसे छोटी बेटी है उसकी उम्र 1 माह 2 दिन है। और ये घरेलू नाचाकी से जो है, यानी कि उसने घर पे लड़ाई झगड़ा मामूल था उसका, और आए रोज़ अपनी बीवी पर तशद्दुद करता था और शराब पीकर जो है उसने अपनी बीवी को तशद्दुद का निशाना बनाया। और रात होते ही, रात के 2 बजे अपनी बीवी के ऊपर पेट्रोल छिड़क कर अपनी बच्चियों को भी आग लगा दी और अपनी बीवी को भी आग लगा दी, जो कि इस वक्त बच्चियाँ और उनकी माँ मियो हॉस्पिटल में इस वक्त ज़िंदगी और मौत की कश्मकश में मुब्तला हैं। आए चलते हैं, फैमिली से बात करते हैं। जो मुतासरा खातून है नूर, उनकी फैमिली से बात करते हैं और उनसे सारे हक़ाइक़ उन्हीं की ज़ुबानी जानते हैं। प्रोग्राम का बाकायदा तौर पर आगाज़ करते हैं और हक़ाइक़ उनसे जानते हैं। अच्छा जी नाज़रीन, इस वक्त उस बदनसीब बाप के साथ मौजूद हूँ जिसकी बेटी को जो है इसी के यानी कि दामाद ने जो है वो बेदर्दी के साथ जो है वो पेट्रोल छिड़का और आग लगा दिया। यानी कि पहले शराब पी है, शराब पीकर घर पे आया है और आके आग लगाई है और अपनी 3 बेटियों को भी आग लगाई है और अपनी बीवी को भी आग लगा दी। बाप का रो रो के बुरा हाल है, यकीन करें ज़ारों कतार रो रहे हैं और इंसाफ का मुतालबा कर रहे हैं। इनसे सारी कहानी इन्हीं की ज़ुबानी जानते हैं। अस्सलाम वालेकुम। वालेकुम सलाम। हौसला करो, हौसला करो। ये की मामला है? ਇਹ 9 ਸਾਲ ਹੋ ਗਏ ਜੀ ਸ਼ਾਦੀ ਨੂੰ अच्छा ਤੇ 9 ਸਾਲਾਂ ਦੇ ਵਿੱਚ ਸਾਨੂੰ ਇਹਨੇ ਇਸ ਜਵਾਈ ਨੇ ਸਕੂਨ ਨਹੀਂ ਦਿੱਤਾ ਤੇ ਸ਼ਰਾਬ ਪੀਂਦਾ ਹੈ, ਨਾਲੇ ਵੇਚਦਾ ਵੀ ਹੈ ਤੇ ਨਾਲੇ ਸ਼ਰਾਬ ਪੀ ਕੇ ਤੇ ਆ ਕੇ पता नहीं सी पहले कि ਤੁਹਾਨੂੰ पता नहीं सी कि शराब पींदा है, यानी कि रिश्तेदार है ਤੁਹਾਡਾ आपका? ਨਹੀਂ ਸਾਡਾ ਰਿਸ਼ਤੇਦਾਰ ਕੋਈ ਨਹੀਂ, ਸਾਡਾ ਜਵਾਈ ਜਿਹੜਾ ਹੈ ਨਾ ਵਸੀਮ ਨੇ ਸਾਨੂੰ ਰਿਸ਼ਤਾ ਦਿੱਤਾ ਸੀ। ਜੇ ਅਸੀਂ ਉਹਦੇ ਮੂੰਹ ਨੂੰ ਕਿ ਕਿਹਾ वसीम कौन है? ਵਸੀਮ ਮੇਰੀ ਹਮਸ਼ੀਰਾ ਦਾ ਜਵਾਈ ਹੈਗਾ ਹੈ ਤੇ ਉਹਨੇ ਕਰਵਾਇਆ ਸੀ? ਹਾਂ ਉਹਨੇ ਕਰਾਇਆ ਸੀ। ਤੇ ਮੈਂ ਕਿਹਾ ਕਿ ਵਸੀਮ ਸਾਹਿਬ ਤੁਹਾਡੀ ਕੰਡ ਨਹੀਂ ਮੈਂ ਲੱਗਣ ਦੇਵਾਂਗਾ ਤੇ ਤੁਸੀਂ ਮੇਰੀ ਬੱਚੀ ਨੂੰ ਵਸਾਓ। ਤੇ ਉਸ ਤੋਂ ਬਾਅਦ 4-5 ਮਹੀਨੇ ਨੇ ਠੀਕ ਰਿਹਾ ਹੈ ਤੇ ਮੁੜ ਕੇ ਫਿਰ ਕੋਈ ਕੰਮ ਸ਼ੁਰੂ ਕਰ ਦਿੱਤਾ ਸੂ। ਕਿ ਸ਼ਰਾਬ ਪੀਂਦਾ ਹੈ, ਬੱਚੀਆਂ ਨੂੰ ਨਾਲੇ ਮਾਰਦਾ ਹੈ ਤੇ ਬੱਚੀਆਂ ਦਾ ਤੁਸੀਂ ਹਾਲ ਦੇਖ ਲਿਆ ਹੈ ਤੇ ਜੋ ਬੱਚੀਆਂ ਮੇਰੀ ਬੱਚੀ ਦਾ ਵੀ ਹਾਲ ਦੇਖਿਆ ਹੈ। ਤੇ ਮੈਂ ਇੱਕ ਹੱਥ ਤੋਂ ਮਜ਼ਦੂਰ ਹਾਂ, ਨਾ ਕੋਈ ਮੇਰਾ ਪੁੱਤਰ ਹੈ ਤੇ ਨਾ ਕੋਈ ਸਾਡੇ ਮੇਰੀ ਕੋਈ ਸਾਥ ਨਹੀਂ ਦਿੰਦਾ ਪਿਆ। ਜੇ ਕੋਈ ਮੇਰਾ ਸਾਥ ਦਿੰਦਾ ਨਾ ਤੇ ਮੇਰੇ ਨਾਲ ਕੰਮ ਕੋਈ ਨਾ ਹੁੰਦਾ। ਮੈਂ ਵਸੀਮ ਨੂੰ ਕਿਹਾ ਸੀ, ਮੈਂ ਕਿਹਾ ਭਾਈ ਵਸੀਮ ਤੁਸੀਂ ਮੇਰਾ ਸਾਥ ਦੇਵੋ ਤੇ ਮੈਂ ਇਹ ਕਦੀ ਨਾ ਮੇਰੀ ਬੱਚੀ ਨੂੰ ਮਾਰੇ। ਇਹ ਮੈਨੂੰ ਦੱਸੋ, ਤੁਸੀਂ ਦੱਸ ਰਹੇ ਹੋ 9 ਸਾਲ ਹੋ ਗਏ ਨੇ ਸ਼ਾਦੀ ਨੂੰ ਤੇ 9 ਸਾਲ ਤੋਂ ਇਹ ਮਾਰਦਾ ਆ ਰਿਹਾ? 9 ਸਾਲ ਤੋਂ ਮਾਰਦਾ ਆ ਰਿਹਾ। ਸਵੇਰੇ ਵਲੀਮਾ ਸੀ ਤੇ ਰਾਤ ਨੂੰ ਇਹਨੇ ਮਾਰਿਆ ਜੇ। ਅੱਛਾ, ਜਦੋਂ ਸੁਹਾਗ ਰਾਤ ਹੁੰਦੀ ਹੈ, ਸੁਹਾਗ ਰਾਤ ਵਾਲੇ ਦਿਨ ਮਾਰਿਆ ਜੇ ਨੇ। ਸੁਹਾਗ ਰਾਤ ਵਾਲੇ ਦਿਨ ਮਾਰਿਆ? ਹਾਂਜੀ, ਸੁਹਾਗ ਰਾਤ ਵਾਲੇ ਦਿਨ ਮਾਰਿਆ ਜੇ। ਪਹਿਲੀ ਰਾਤ ਨੂੰ ਜਿਹੜਾ ਹੈ ਨਾ, ਯਾਨੀ ਕਿ ਇਹਨੇ ਤਸ਼ੱਦੁਦ ਕਰਨਾ ਸ਼ੁਰੂ ਕਰ ਦਿੱਤਾ। ਹਾਂਜੀ ਇਹਨੇ ਮੈਂ ਆਪਣੀ ਬੱਚੀ ਨੂੰ ਆ ਕੇ ਪੁੱਛਦਾ ਰਿਹਾ, ਬੱਚੀ ਕੋਈ ਤਕਲੀਫ? ਉਹਨੇ ਕਿਹਾ ਨਹੀਂ ਪਾਪਾ ਜੀ ਕੋਈ ਤਕਲੀਫ ਨਹੀਂ ਹੈਗੀ ਮੈਨੂੰ। ਉਹ ਕਿਉਂ? ਉਹ ਆਪਣਾ ਘਰ ਮਾਰ ਖਾ ਕੇ ਵੀ ਆਪਣੇ ਘਰ ਵਸਾਉਂਦੀ ਪਈ ਹੈ। ਮਾਰ ਖਾ ਕੇ ਵੀ ਆਪਣੇ ਘਰ ਵਸਾਉਂਦੀ ਪਈ ਹੈ। ਤੇ ਮੈਂ ਇਹ ਕੰਮ ਨਾ ਹੁੰਦਾ, ਮੇਰੀ ਬੱਚੀ ਨੂੰ ਸਾੜ ਦਿੰਦਾ, ਮੈਂ ਆਪਣੀਆਂ ਬੱਚੀਆਂ ਨੂੰ ਨਾ ਸਾੜਦਾ। ਆਪਣੀ ਬੱਚੀਆਂ ਨੂੰ ਵੀ ਸਾੜ ਦਿੱਤਾ? 3 ਬੱਚੀਆਂ ਔਰ ਸਭ ਨਾਲ ਛੋਟੀ ਬੱਚੀ, ਉਹ ਤੇ 1 ਮਹੀਨਾ ਤੇ 2 ਦਿਨ ਦੀ ਬੱਚੀ, ਉਹਨੂੰ ਵੀ ਸਾੜ ਦਿੱਤਾ? ਹਾਂਜੀ ਹਾਂ, ਉਹਨੂੰ ਵੀ ਸਾੜ ਦਿੱਤਾ। ਦੇਖੋ ਨਾ ਉਸ ਬੱਚੀ ਦਾ ਕੀ ਕਸੂਰ ਹੈ? गलत गल है, बहुत ज्यादती की, जुल्म किया नहीं। तो मैनू यह गल दसो, ये लड़ाई का आगाज? हाँ, परसों मेरे घर आया है। अच्छा। मेरी बच्ची ने कहा है पापा जी आए ने ते तू इन्ना चुकी रोटी लैके आ। मैं उतो जाके फाटक तो जाके उतो चरखा बनवा के लिया है।
ਚਰਗੇ ਨਾਲ ਰੋਟੀ ਖਾਧੀ ਸੋ ਅੱਛਾ ਚਰਗੇ ਨਾਲ ਰੋਟੀ ਖਾਧੀ ਸੋ ਯਾਨੀ ਕਿ ਤੁਸੀਂ ਇੰਨੀ ਹਾਂ। ਖਿਦਮਤ ਕੀਤੀ ਇਹਦੀ ਹਾਂਜੀ ਤੇ ਮੈਂ ਉਥੋਂ ਉਸਲੇ ਸੇਲ ਕਰਕੇ ਬਾਜ਼ਾਰੋਂ ਦੁਕਾਨਾਂ ਤੋਂ ਸੇਲ ਕਰਕੇ ਫਿਰ ਘਰ ਆਇਆ ਤੇ ਫਿਰ ਘਰ ਆ ਕੇ ਦੇਖਿਆ ਆ ਕੇ ਬੱਚੀ ਕੋ ਬੈਠੀ ਏ ਤੇ ਆ ਕੇ ਉਹਨੇ ਛਿਲੇ 'ਚ ਹੈਗੀ ਸੀ ਛਿਲੇ ਚਾਰੇ ਛਿਲਾ ਨਹੀਂ ਨਾਤੀ ਅੱਛਾ ਛਿਲਾ ਨਹੀਂ ਨਾਤੀ ਤੇ ਚਿੱਲੇ ਦੇ ਵਿੱਚ ਹੀ ਸਾੜ ਦਿੱਤਾ ਛਿਲੇ ਦੇ ਵਿੱਚ ਹੀ ਸਾੜ ਦਿੱਤਾ ਤੂੰ ਉਹਨੇ ਕਿਹਾ ਜੇ ਆਪਣੇ ਮਾਪਿਆਂ ਕੋਲ ਵੀ ਨਹੀਂ ਜਾਏਗੀ ਤੇ ਨਾ ਇੱਥੇ ਵੀ ਰਹੇਗੀ। ਅੱਛਾ ਮੈਨੂੰ ਇਹ ਗੱਲ ਦੱਸੋ ਕੰਮ ਕੀ ਕਰਦੇ ਹੋ ਤੁਸੀਂ ਕੰਮ ਮੈਂ ਸੇਲਮੈਨੀ ਦਾ ਕਰਨਾ ਮੈਂ ਮਸਾਲਾ ਲਿਆ ਕੇ ਮੰਡੀਆਂ ਤੇ ਪਿਸ਼ਾਪਰ ਵਿੱਚ ਭਰ ਕੇ ਤੇ ਮੈਂ ਦੁਕਾਨਾਂ ਤੇ ਸੇਲ ਕਰਨਾ ਵਾ। ਤੇ ਤੁਹਾਡੀ ਬੀਵੀ ਨਹੀਂ ਹੈ ਮੇਰੀ ਬੀਵੀ ਅਨਫਿਟ ਹੈਗੀ ਹੈ ਮੇਰੀ ਬੀਵੀ ਇੱਥੇ ਆਂਦੀ ਹੈ ਨਾ ਤੇ ਤੁਸੀਂ ਦੇਖਦੇ ਉਹਦੇ ਦਿਮਾਗ ਦੀ ਸੀਟ ਸਹੀ ਨਹੀਂ ਹੈਗੀ ਅੱਛਾ ਤੇ ਉਹਨੂੰ ਲਿਆਂਦਾ ਹੀ ਨਹੀਂ ਇਸ ਵਾਸਤੇ। ਉਹਦਾ ਵੀ ਰੋ ਰੋ ਕੇ ਬੁਰਾ ਹਾਲ ਆਹੋ ਉਹ ਘਰ ਰੋਂਦੀ ਪਈ ਹੈ ਉਹਨੇ ਕਿਹਾ ਮੇਰੀ ਨੂਰ ਆਏਗੀ ਮੇਰੀ ਨੂਰ ਆਏਗੀ ਮੇਰੀ ਨੂਰ ਆਏਗੀ। ਮੈਂ ਸਫਾਈਆਂ ਕਰ ਲਵਾਂ। ਹੋਏ ਹੋਏ ਇਹ ਮੈਨੂੰ ਗੱਲ ਦੱਸੋ ਤੁਹਾਨੂੰ ਕਿਸ ਤਰ੍ਹਾਂ ਪਤਾ ਚੱਲਿਆ ਕਿ ਇਹ ਮਾਮਲਾ ਹੋ ਗਿਆ ਮੈਨੂੰ ਰਾਤੀ 2 ਵਜੇ ਤੋਂ ਲੈ ਕੇ 2 ਵਜੇ ਤੋਂ ਲੈ ਕੇ 2 ਵਜੇ 5 ਵਜੇ 5 ਮਿੰਟ ਦਾ ਟਾਈਮ ਸੀ ਤੇ ਮੈਨੂੰ ਰਾਤੀ ਥਾਣੇ ਵਾਲਿਆਂ ਨੇ ਫੋਨ ਕੀਤਾ ਥਾਣੇ ਸ਼ਾਦਰਾ ਨੇ ਹਾਂਜੀ ਥਾਣੇ ਸ਼ਾਹਦਰਾਲ ਨੇ ਉਹਨੇ ਕਿਹਾ ਜੀ ਇਹ ਤੁਹਾਡੀ ਬੱਚੀ ਨੂਰ ਫਾਤਮਾ ਤੁਹਾਡੀ ਕੀ ਲੱਗਦੀ ਬੇਟੀ ਲੱਗਦੀ ਹੈ ਹਮਸ਼ੀਰਾ ਲੱਗਦੀ ਹੈ। ਮੈਂ ਕਿਹਾ ਮੇਰੀ ਬੇਟੀ ਲੱਗਦੀ ਹੈ। ਕਿੰਨੇ ਵਜੇ ਦਾ ਟਾਈਮ ਸੀ 2 ਵਜੇ ਦਾ ਰਾਤ 2 ਵਜੇ 2 ਵਜੇ ਦਾ ਅੱਛਾ 2 ਵਜੇ ਦਾ ਤੇ ਮੈਂ ਉੱਠਿਆ ਵਾਂ ਪਿਸ਼ਾਬ ਕੀਤਾ ਪਿਸ਼ਾਬ ਕਰਕੇ ਫਿਰ ਬਾਜੀ ਨੂੰ ਉਠਾਇਆ ਬਾਜੀ ਨੂੰ ਉਠਾ ਕੇ ਤੇ ਮੈਂ ਕਿਹਾ ਬਾਜੀ ਨੂਰ ਫਾਤਮਾ ਨੂੰ ਅੱਗ ਲਾ ਦਿੱਤੀ ਹੈ ਬਿਲਾਲ ਨੇ ਨਾਲੇ ਉਹਦੇ ਬੱਚੇ ਉਹਨੀਆਂ ਆਪਣੀਆਂ ਬੱਚੀਆਂ ਨੂੰ ਲਾ ਦਿੱਤੀ ਹੈ। ਉਹਨੇ ਕਿਹਾ ਛੋਟੀ ਬੱਚੀ ਨੂੰ ਉਹਨੇ ਕਿਹਾ ਮੈਂ ਕਿਹਾ ਛੋਟੀ ਬੱਚੀ ਨੂੰ ਉਹ ਜਦੋਂ ਮੈਂ ਆ ਕੇ ਦੇਖਿਆ ਇੱਥੇ ਇਹ ਮੈਨੂੰ ਅੰਦਰ ਨਹੀਂ ਸਨ ਵੜਨ ਦਿੰਦੇ ਹਸਪੀਟਲ ਵਾਲੇ ਅੰਦਰ ਨਹੀਂ ਸਨ ਵੜਨ ਦਿੰਦੇ। ਉਹਨੇ ਕਿਹਾ ਮੈਂ ਫਿਰ ਲੜਿਆ ਮੈਂ ਕਿਉਂ ਮੈਂ ਝੂਠ ਮਾਰਾਂ ਮੈਂ ਲੜਿਆ ਮੈਂ ਕਿਹਾ ਤੁਸੀਂ ਪੈਸੇ ਖਾਦੇ ਨੇ ਪੈਸੇ ਲੈ ਕੇ ਪੈਸੇ ਉਹਨਾਂ ਕੋਲ ਪੈਸੇ ਲੈ ਲੈ ਜੇ ਸਾਨੂੰ ਅੰਦਰ ਨਹੀਂ ਵੜਨ ਦਿੰਦੇ। ਸਾਰੀ ਗੱਲ ਹੈ ਬੱਚੀ ਅੰਦਰ ਜ਼ਿੰਦਗੀ ਔਰ ਮੌਤ ਦੀ ਕਸ਼ਮਕਸ਼ ਮੁਬਤਲਾ ਹੈ ਸਾਨੂੰ ਅੰਦਰ ਨਹੀਂ ਵੜਨ ਦਿੰਦੇ। ਮੈਂ ਉਹਨਾਂ ਦਾ ਬਾਪ ਆ ਮੇਰੀਆਂ ਨਿਵਾਸੀਆਂ ਨੇ ਤੇ 3 ਤੁਸੀਂ ਉਹਨਾਂ ਕੋਲੋਂ ਤੁਸੀਂ ਪੈਸੇ ਲੈ ਲਏ ਨੇ ਤੇ ਤਾਂ ਕਰਕੇ ਅੰਦਰ ਨਹੀਂ ਵੜਨ ਦਿੰਦੇ ਤੁਸੀਂ। ਅੱਛਾ ਮੈਨੂੰ ਗੱਲ ਦੱਸੋ ਜਿਸ ਟਾਈਮ ਇਹ ਮਾਮਲਾ ਹੋਇਆ ਸਾਰਾ ਇਹ ਵਾਕਿਆ ਹੋਇਆ ਤੇ ਉਸ ਟਾਈਮ ਘਰ ਦੇ ਵਿੱਚ ਕੌਣ ਮੌਜੂਦ ਸੀ ਮੈਨੂੰ ਪਤਾ ਹੀ ਨਹੀਂ ਬੱਚੀ ਨੂੰ ਤਾਂ ਤੁਸੀਂ ਪੁੱਛਿਆ ਹੋਣਾ ਬੱਚੀ ਨੇ ਕਿਹਾ ਪਾਪਾ ਜੀ ਮੈਨੂੰ ਜੋ ਬੱਚੀ ਨੇ ਤੁਹਾਨੂੰ ਦੱਸਿਆ ਉਹੀ ਮੈਂ ਤੁਹਾਨੂੰ ਦੱਸਦਾ ਵਾਂ। ਉਹਨੇ ਕਿਹਾ ਪਾਪਾ ਜੀ ਉਹਨੇ ਆ ਕੇ ਰੋਟੀ ਮੰਗੀ ਹੈ ਤੇ ਉਹਨੇ ਕਿਹਾ ਹਾਨੀਆਂ ਰੋਟੀ ਪਕਾ ਕੇ ਦੇ ਤੇ ਹਾਨੀਆਂ ਨੇ ਕਿਹਾ ਮੈਂ ਪਾਪਾ ਜੀ ਰੋਟੀ ਪਕਾ ਨਹੀਂ ਸਕਦੀ ਮੈਂ ਤਾਂ ਛੋਟੀ ਹਾਂ। ਉਹਨੇ ਕਿਹਾ ਚੱਲ ਪੇੜਾ ਬਣਾ ਉਹਨੇ ਕਿਹਾ ਮੇਰੇ ਕੋਲ ਪੇੜਾ ਵੀ ਨਹੀਂ ਬਣਦਾ। ਉਹਨੇ ਫਿਰ ਬਾਹਰ ਆ ਕੇ ਤੇ ਪੈਟਰੋਲ ਛਿਨ ਕੇ ਤੇ ਅੱਗ ਲਾ ਦਿੱਤੀ ਹੈ। ਸ਼ਰਾਬ ਹੈ ਡੇਲੀ ਰਾਤੀ ਵੀ ਸ਼ਰਾਬ ਰੋਜ਼ਾਨਾ ਪੀਂਦਾ ਹੈ ਸ਼ਰਾਬ ਰੋਜ਼ਾਨਾ ਪੀਂਦਾ ਮੈਂ ਤੇ ਕਹਿ ਨਹੀਂ ਕਹਿੰਦਾ ਉਹ ਸੈਕੋ ਹੈਗਾ ਸੈਕੋ ਤੁਸੀਂ ਇਹ ਹਿਸਾਬ ਲਾ ਲਓ ਸੈਕੋ ਦਾ ਮਤਲਬ ਕੀ ਹੈ ਸ਼ਰਾਬ ਪੀਣਾ ਨਹੀਂ ਤੇ ਇਹ ਬਿਲਾਲ ਨਾਮ ਹੈ ਕਿ ਵਸੀਮ ਨਾਮ ਹੈ ਬਿਲਾਲ ਵਸੀਮ ਨੇ ਰਿਸ਼ਤਾ ਕਰਵਾਇਆ ਮੀਆਂ ਬਿਲਾਲ ਕਹਿੰਦਾ ਮੈਂ ਮੀਆਂ ਵਾਂ ਮੈਂ ਕੋਈ ਜਲਾਇਆ ਨਹੀਂ ਹੈਗਾ। ਮੇਰੀ ਹਮਸ਼ੀਰਾ ਨੇ ਕਿਹਾ ਤੂੰ ਤੇ ਜਲਾਇਆ ਵਾ ਕੋ ਆਉਂਦਾ ਜਦੋਂ ਸਾਡੇ ਘਰ ਆਉਣਾ ਤੂੰ ਤੇ ਸੋਹਣੇ ਕੱਪੜੇ ਪਾ ਕੇ ਆਇਆ ਕਰ ਸੋਹਣੇ ਕੱਪੜੇ ਪਾ ਕੇ ਜੇ ਕਿਸੇ ਨੂੰ ਪਤਾ ਲੱਗੇ ਨੰਨੇ ਦਾ ਜਵਾਈ ਆਇਆ। ਅੱਛਾ ਮੈਨੂੰ ਇੱਕ ਗੱਲ ਦੱਸੋ ਤੁਸੀਂ ਕਿ ਇਹ ਜਿਹੜਾ ਬਿਲਾਲ ਹੈ ਇਹ ਤੁਸੀਂ ਦੱਸ ਰਹੇ ਹੋ 9 ਸਾਲ ਤੋਂ ਤਸ਼ੱਦਦ ਕਰਦਾ ਆ ਰਿਹਾ ਹੈ ਔਰ ਰਾਤੀ ਵੀ ਇਹਨੇ ਸ਼ਰਾਬ ਪੀਤੀ ਔਰ ਪੀ ਕੇ ਤੁਹਾਡੀ ਬੱਚੀ ਦੇ ਉੱਤੇ ਤਸ਼ੱਦਦ ਵੀ ਕੀਤਾ ਫਿਰ ਅੱਗ ਲਾ ਦਿੱਤੀ ਬੱਚੀਆਂ ਆਪਣੀਆਂ ਨੂੰ ਅੱਗ ਲਾ ਦਿੱਤੀਆਂ ਨੇ 3 ਬੱਚੀਆਂ ਨੇ ਤੇ ਉਸ ਤੋਂ ਬਾਅਦ ਬੱਚੇ ਹੁਣ ਹਸਪੀਟਲ ਦੇ ਵਿੱਚ ਜ਼ੇਰੇ ਇਲਾਜ ਨੇ ਅੱਲਾ ਦੀ ਜ਼ਾਤ ਉਹਨਾਂ ਨੂੰ ਜ਼ਿੰਦਗੀ ਦੇਵੇ। ਉਹਨਾਂ ਦਾ ਹਮਸਾਇਆ ਜਿਹੜਾ ਸਾਹਮਣੇ ਉਹ ਆਸਫ ਸਾਹਿਬ ਨੇ ਕਿਹਾ ਆਸਫ ਸਾਹਿਬ ਆ ਕੇ ਦਾਖਲ ਕਰਾ ਕੇ ਗਏ ਨੇ ਉਹ ਮੈਨੂੰ ਮਿਲ ਕੇ ਗਏ ਨੇ। ਅੱਛਾ ਲੋਕਾਂ ਨੇ ਆਪਣੀ ਮਦਦ ਆਪ ਦੇ ਤਹਿਤ ਹਾਂਜੀ ਅੱਛਾ ਮਹੱਲੇਦਾਰਾਂ ਨੇ ਫਿਰ ਗ੍ਰਿਫਤਾਰ ਹੋ ਗਿਆ ਉਹ ਉੱਥੇ ਸ਼ਿਦਰੇ ਮੋੜ ਥਾਣੇ 'ਚ ਹੈਗਾ ਉੱਥੇ ਗ੍ਰਿਫਤਾਰ ਹੋ ਗਿਆ ਹਾਂਜੀ ਪੁਲਿਸ ਨੇ ਮੌਕੇ ਤੋਂ ਫੜਿਆ ਹਾਂਜੀ। ਅੱਛਾ ਲਗਾ ਕੇ ਅੱਗ ਕੋਲ ਵੇਖਦਾ ਰਿਹਾ ਅੱਗ ਲਗਾ ਕੇ ਨਾ ਇਹ ਦੇਖੋ ਨਾ ਇਹ ਅੱਗ ਲਾਈਏ ਤੇ ਬਾਹਰ ਫਿਰਦਾ ਰਿਹਾ ਵਿਹੜੇ 'ਚ ਵੇਖਦਾ ਰਿਹਾ ਵੇਖਦਾ ਰਿਹਾ ਉਹ ਫਿਰ ਉਹ ਪਠਾਣੀ ਹੈਗੀ ਉਹ ਪਠਾਣੀ ਕਿਰਾਏਦਾਰ ਇਹਨਾਂ ਦੀ ਉਹ ਕਹਿੰਦੀ ਮੈਂ ਦੇਖਾਂ ਤੇ ਸਹੀ ਭਾਬੀ ਕਿਉਂ ਬੋਲਦੀ ਪਈ ਹੈ
ਭਾਬੀ ਕਿਉਂ ਚੀਖਾਂ ਮਾਰਦੇ ਹੋ? ਅੰਦਰ ਕਿਉਂ ਚੀਖਾਂ ਮਾਰਦੀ ਪਈ? ਉਹਨੇ ਦੇਖੋ ਉੱਤੇ ਕੰਧ ਦੇ ਉੱਤੇ ਜਾ ਕੇ ਟਾੜ ਕੇ ਦੇਖਿਆ ਤੇ ਅੱਗ ਲੱਗੀ ਸੀ। ਉਹਨੇ ਵੀ ਕਿਹਾ ਭਰਾ ਇਹਨੂੰ ਅੱਗ ਨੂੰ ਬੁਝਾ, ਆਪਣੇ ਬਾਲਾਂ ਨੂੰ ਕੱਢ। ਉਹਨੇ ਕਿਹਾ ਤੂੰ ਚੱਲ ਦਫਾ ਹੋ, ਚੱਲ ਦਫਾ ਹੋ। ਵੇਖਦਾ ਰਿਹਾ ਅੱਗ ਲਗਾ ਕੇ ਤੇ ਵੇਖਦਾ ਰਿਹਾ ਆਪਣੇ ਭਰਾ ਅੱਗ ਲਗਾ ਕੇ ਦੇਖਦਾ ਰਿਹਾ। ਕਿੰਨਾ ਜਲਾਦ ਬਾਪ ਹੈ। ਉਹਦੀ ਮੈਂ ਤੁਹਾਨੂੰ ਦੱਸਦਾ ਕਿ ਉਹਨੂੰ ਕੀ ਦੱਸਾਂ ਹੁਣ ਮੈਂ ਕਹਾਂ। ਉਹਨੂੰ ਜ਼ਰਾ ਵੀ ਖੁਦਾ ਦਾ ਖੌਫ ਨਹੀਂ ਆਇਆ ਕਿ ਮੇਰੀ ਛੋਟੀ ਬੱਚੀ ਹੈ 1 ਮਹੀਨਾ 12 ਦਿਨ ਦੀ 2 ਦਿਨ ਦੀ, ਔਰ ਮੈਂ ਉਹਨੂੰ ਵੀ ਅੱਗ ਲਗਾਤੀ ਹੈ, ਆਪਣੀ ਦੂਸਰੀ ਬੇਟੀਆਂ ਨੂੰ ਵੀ ਅੱਗ ਲਗਾਤੀ ਹੈ, ਆਪਣੀ ਬੀਵੀ ਨੂੰ ਵੀ ਅੱਗ ਲਗਾਤੀ। ਮੈਂ ਤੁਹਾਨੂੰ ਦੱਸਦਾ ਉਹਨੂੰ ਕੋਈ ਖਿਆਲ ਨਹੀਂ ਹੈਗਾ, ਉਹਨੂੰ ਕੋਈ ਖਿਆਲ ਨਹੀਂ ਹੈਗਾ। ਉਹਨੂੰ ਉਹ ਆਪਣੀ ਮਾਂ ਨੂੰ ਮਾਰਦਾ ਹੁੰਦਾ ਸੀ, ਆਪਣੀਆਂ ਭੈਣਾਂ ਨੂੰ ਮਾਰਦਾ ਹਾਲੇ ਤੀਕਰ ਵੀ। ਉਹਨੂੰ ਪਕੜਿਆ ਗਿਆ। ਉਹਦੀਆਂ ਭੈਣਾਂ ਕਹਿੰਦੀਆਂ ਸਵੇਰੇ ਕਹਿੰਦੀਆਂ ਨੇ ਇੱਕ ਭੈਣ ਆਂਦੀ ਆਈ ਸੀ ਤੇ ਇਹ ਨੂਰ ਦੇ ਕੋਲ ਹੀ ਖਲੋਤੀ ਸੀ। ਉਹਨੇ ਕਿਹਾ ਫੇਰ ਕੀ ਹੋ ਗਿਆ, ਅੱਗ ਲੱਗ ਗਈ ਹੈ। ਤੇ ਮੈਂ ਫਿਰ ਪੈ ਗਿਆ, ਮੈਂ ਗਾਲਾਂ ਕੱਢੀਆਂ। ਬਜ਼ੁਰਗੋ ਹੁਣ ਤੁਸੀਂ ਕੀ ਮੁਤਾਲਬਾ ਕਰਨਾ ਚਾਹੁੰਦੇ ਹੋ? ਮੇਰਾ ਮੁਤਾਲਬਾ ਹੈਗਾ ਮਰੀਮ ਨਵਾਜ਼ ਅੱਗੇ, ਮਰੀਮ ਨਵਾਜ਼ ਮੇਰਾ ਮੁਤਾਲਬਾ ਪੂਰਾ ਕਰੇ, ਇਹਨੂੰ ਫਾਂਸੀ ਦਾ ਹੁਕਮ ਦੇਵੇ ਤੇ ਮੈਂ ਤਾਂ ਖੁਸ਼ ਹੈਗਾ ਵਾਂ। ਹੁਣ ਡਾਕਟਰ ਕੀ ਕਹਿੰਦੇ ਨੇ? ਡਾਕਟਰਾਂ ਨੇ ਕਿਹਾ ਇਹਦਾ ਬਿਆਨ ਜਿੰਨਾ ਚਿਰ ਹੋਏਗਾ ਨਾ ਉਹਨਾਂ ਚਿਰ ਅਸੀਂ ਕੁਝ ਨਹੀਂ ਕਰ ਸਕਦੇ। ਟ੍ਰੀਟਮੈਂਟ ਕਰ ਰਹੇ ਨੇ ਡਾਕਟਰ? ਹਾਂਜੀ ਟ੍ਰੀਟਮੈਂਟ ਹੋ ਰਿਹਾ? ਹਾਂਜੀ ਐਵੇਂ ਅਸੀਂ ਮੈਂ ਝੂਠ ਨਹੀਂ ਮਾਰਾਂਗਾ। ਤੇ ਬੱਚੀਆਂ ਜਿਹੜੀ ਛੋਟੀਆਂ ਬੱਚੀਆਂ ਉਹਨਾਂ ਦੀ ਕੀ ਹਾਲਤ ਹੈ? ਉਹਨਾਂ ਦੀ ਹਾਲਤ ਤੁਸੀਂ ਆਪ ਵੀ ਦੇਖ ਆਏ ਹੋ ਜਾ ਕੇ, ਉਹਨਾਂ ਦੀ ਵੀ ਹਾਲਤ ਦੇਖ ਲਓ। ਉਹਨਾਂ ਅੱਗੇ ਸੋਚ ਨਹੀਂ ਸੀ ਚੜੀ ਬੱਚੀਆਂ ਨੂੰ ਮੂੰਹ ਦੇ ਉੱਤੇ, ਹੁਣ ਸੋਚ ਚੜੀ ਹੈ। ਜਿਵੇਂ ਜਿਵੇਂ ਹਵਾ ਪਵੇਗੀ ਉਵੇਂ ਸੋਚ ਚੜ੍ਹਦੀ ਜਾਏਗੀ। तो ये हालात हैं जी नाज़रीन के आप देख सकते हैं कि ये वो बाप है जिसकी बेटी को इसी के दामाद ने जो है मेरी बाजू वाले देख लो, देख लो मेरा बाजू वाले। हाँ जे मैं कुछ करता हूँ मैं ਜਾਂ ਇੱਥੋਂ ਗਲਮੇ ਫੜਾਂ ਜਾਂ ਚਪੇੜ ਮਾਰਾਂਗਾ ਤੁਹਾਨੂੰ ਦੱਸੋ? ਜਾਂ ਮੈਂ ਗਲਮਾ ਫੜਾਂਗਾ? ਮੈਂ ਜੇ ਇੱਕ ਲੁਹਾਰ ਹੈ, ਮੈਂ ਮਿਸਾਲ ਦੇਣਾ ਤੁਹਾਨੂੰ, ਇੱਕ ਲੁਹਾਰ ਹੈ, ਉਹ ਇੱਕ ਕਿੱਲ ਫੜੇਗਾ ਜਾਂ ਥੋੜੀ ਫੜੇਗਾ ਇੱਕ ਹੱਥ ਨਾਲ। ਤੁਹਾਡਾ ਤਾਂ ਕੋਈ ਬੇਟਾ ਵੀ ਨਹੀਂ ਹੈ? ਬੇਟਾ ਵੀ ਕੋਈ ਨਹੀਂ ਹੈਗਾ। ਜੇ ਬੇਟਾ ਮੇਰਾ ਹੁੰਦਾ ਤੇ ਮੈਂ ਉਸ ਬੇਟੇ ਨੂੰ ਮੈਂ ਕਹਿਣਾ ਮੈਂ ਆਪਣੇ ਹੱਥਾਂ ਨਾਲ ਤੈਨੂੰ ਮਰਵਾਨਾ ਇਹਦੇ ਕੋਲੋਂ। ਕਿਸ ਤਰ੍ਹਾਂ ਬਰਦਾਸ਼ਤ ਹੁੰਦਾ ਹੈ ਜਿਸ ਟਾਈਮ ਬੱਚੀ ਨੂੰ ਤਸ਼ੱਦਦ ਕਰਦਾ? ਮੈਂ ਤੁਹਾਨੂੰ ਦੱਸਦਾ ਮੇਰਾ ਹੌਂਸਲਾ ਹੈ। 9 ਸਾਲ ਤੋਂ ਬਰਦਾਸ਼ਤ? ਮੈਂ 9 ਸਾਲ ਤੋਂ ਬਰਦਾਸ਼ਤ ਕਰਨਾ ਪਿਆ ਵਾਂ, ਹੁਣ ਨਹੀਂ ਮੈਂ ਬਰਦਾਸ਼ਤ ਕਰਨਾ ਜੇ। ਮੈਨੂੰ ਭਾਵੇਂ ਆਪਣਾ ਮਕਾਨ ਵੀ ਵੇਚਣਾ ਪਵੇ ਤੇ ਮੈਂ ਇਹਨੂੰ ਅੰਦਰੋਂ ਬਾਹਰ ਨਹੀਂ ਨਿਕਲਣ ਦੇਣਾ। ਕਹਿੰਦੀਆਂ ਸਨ ਇਹ ਤੁਹਾਨੂੰ ਬਲਾਲ ਨਹੀਂ ਟੱਕਰੇਗਾ, ਇਹ ਬਲਾ ਟੱਕਰੇਗੀ, ਬਲਾ ਟੱਕਰੇਗੀ। ਹੁਣ ਬਲਾ ਹੀ ਟੱਕਰੀ ਹੈ ਨਾ ਸਾਨੂੰ। ਮੈਂ ਕਿਸੇ ਨੂੰ ਬਰਕਟੋਨ ਕਿਸੇ ਨੂੰ ਨਹੀਂ ਦੱਸਿਆ, ਬਰਕਟੋਨ ਮੈਂ ਕਿਸੇ ਨੂੰ ਨਹੀਂ ਦੱਸਿਆ। ਮੇਰਾ ਇੱਕ ਯਾਰ ਦੋਸਤ ਨੇ ਇੱਕ ਫੋਨ ਕੀਤਾ, ਮੈਂ ਕਿਹਾ ਮੈਂ ਯਾਰ ਹਸਪਤਾਲ ਦਾਖਲ ਹੈਗਾ ਇਸ ਵਾਸਤੇ। ਉਹਨੇ ਫਿਰ ਤੁਹਾਨੂੰ ਫੋਨ ਕੀਤਾ ਹੈ ਤੇ ਫਿਰ ਤੁਸੀਂ ਮੈਨੂੰ फ़ोन किया सी। अल्लाह की ज़ात आपको सब्र दे और आपके लिए आसानियाँ पैदा करे। यकीन करें ये बड़ा ही अफसोसनाक वाक़या है और वज़ीर पंजाब मरियम नवाज़ साहिबा जो है वो कहती हैं कि औरतों के साथ जुल्म ज़्यादती जो है उनकी रेड लाइन है। तो यकीनन ये भी एक खातून है और इस कौम की बेटी है, पंजाब की बेटी है और वो मासूम बच्चियाँ DCT वाले दरखास्त देनी सी। मैं इस वास्ते नहीं दी, मैं क्या मेरी बच्ची की कहेगी, मेरे बंदे को अंदर करा दिता सो, मेरे बंदे को मरवा दिता सो। मैं अपनी बच्ची को देखा है। तो ये हालात हैं जी नाज़रीन के बाप का रो के बुरा हाल है और बाप का यही मुतालबा है कि उस जल्लाद को जो है और उस दरिंदा सिफ्त इंसान को जो है सख्त से सख्त सज़ा दी जाए। और अब वो शख्स जो है वो शादरा पुलिस की हिरासत में है। पुलिस ने गुज़श्ता रात जो है उसको गिरफ़्तार भी किया। और एक शॉर्ट ब्रेक लेते हैं और कोशिश करेंगे कि जो मुतासरा खातून है उनसे बात हो सके, उनसे बात करते हैं। एक शॉर्ट ब्रेक लेंगे और ब्रेक के बाद दोबारा आपसे मुलाकात करते हैं। एक शॉर्ट ब्रेक लेंगे। ਬਈ ਹੋਇਆ ਸੀ ਕਿ ਕਿਹਦਾ ਅਸੀਂ ਨਾ ਬੈਠੇ ਸਾਂ ਗੱਲਾਂ ਕਰ ਰਹੇ ਸਾਂ ਤੇ ਮੈਨੂੰ ਕਹਿੰਦੇ ਨੇ ਮੈਨੂੰ ਨਾ ਖਾਂਸੀ ਬਹੁਤ ਜ਼ਿਆਦਾ ਆ ਰਹੀ ਸੀ ਨਾ ਆਪਰੇਟ ਹੋਇਆ ਤਕਰੀਬਨ 1 ਮਹੀਨਾ ਪਹਿਲੇ। ਪਿਛਲੇ ਮਹੀਨੇ ਦੇ ਨਾ ਰਮਜ਼ਾਨ ਦੇ ਨਾ ਦੂਸਰੇ ਮਹੀਨੇ ਨਾ ਮੇਰਾ ਆਪਰੇਸ਼ਨ ਹੋਇਆ। ਮੇਰੀ ਬੇਟੀ ਹੋਈ ਹੈ ਮੇਰੇ ਘਰ, ਤੀਸਰੀ ਬੇਟੀ ਹੈ ਮੇਰੀ।
ਤੇ ਅਸੀਂ ਨਾ ਬੈਠੇ, ਮੈਨੂੰ ਨਾ ਖਾਂਸੀ ਬਹੁਤ ਜ਼ਿਆਦਾ ਆ ਰਹੀ ਸੀ, ਬਹੁਤ ਜ਼ਿਆਦਾ ਖਾਂਸੀ ਆ ਰਹੀ ਸੀ ਕਿ ਮੈਂ ਸੋਈ ਹੋਈ ਵੀ ਖਾਂਸੀ ਕਰੀ ਜਾ ਰਹੀ ਸਾਂ। ਤੇ ਮੈਨੂੰ ਕਹਿੰਦੇ ਨੇ ਜਾ ਕੇ ਨਾ ਮੈਂ ਨਾ ਤੈਨੂੰ ਸਿਰਪ ਲਿਆ ਦੇਵਾਂ। ਉੱਠੇ ਨੇ ਸਿਰਪ ਲੈਣ ਗਏ ਨੇ ਤੇ ਨਾਲ ਨਾ ਮੂੰਹ 'ਚ ਰੱਖਣਾ ਸੀ ਨਾ ਗੋਲੀਆਂ ਲੈ ਕੇ ਆਏ ਨੇ। ਤੇ ਮੈਂ ਨਾ ਗੋਲੀ ਮੂੰਹ 'ਚ ਰੱਖ, ਗੋਲੀ ਨਹੀਂ ਮੈਂ ਖਾਈ ਹੈ ਤੇ ਸਿਰਪ 2 ਚਮਚ ਪੀ ਕੇ ਨਾ ਤੇ ਮੈਂ ਲੇਟ ਗਈ ਹਾਂ ਤੇ ਸੋ ਗਈ ਹਾਂ। ਤਕਰੀਬਨ ਟਾਈਮ ਤਾਂ ਹੁਣ ਮੈਨੂੰ ਨਹੀਂ ਹੈ ਕਿ ਕਿਸ ਟਾਈਮ ਮੈਨੂੰ ਉਠਾਇਆ ਗਿਆ। ਮੈਨੂੰ ਨਾ ਇੱਥੋਂ ਗੋਡੇ 'ਤੇ ਹੱਥ ਰੱਖ ਕੇ ਨਾ ਐਸਾ ਕਰਕੇ ਨਾ ਹਿਲਾ ਕੇ ਨਾ ਉਠਾਇਆ ਤੇ ਉੱਠ ਕੇ ਨਾ ਉੱਠੀ ਹਾਂ ਤੇ ਕੀ ਕਹਿੰਦਾ ਗਾਲਾਂ ਕੱਢਣ ਲੱਗ ਪਏ ਨੇ। ਤੇ ਮੈਂ ਨਾ ਉੱਠ ਕੇ ਨਾ ਪਿਸ਼ਾਬ ਕਰਨ ਚਲੀ ਗਈ ਹਾਂ। ਮੈਂ ਨਾ ਪਿਸ਼ਾਬ ਕਰਨ ਚਲੀ ਗਈ, ਮੈਂ ਕਿਹਾ ਚੱਲ ਵਾਪਸ ਆਵਾਂ, ਮੇਰਾ ਮੂਡ ਜ਼ਰਾ ਸਹੀ ਹੋਈਏਗਾ। ਤੇ ਵਾਪਸ ਆਈ ਹਾਂ ਤੇ ਉਹ ਫੇਰ ਸ਼ੁਰੂ ਹੋ ਗਿਆ। ਪਹਿਲੇ ਨਿੱਕੀ ਕੁੜੀ ਫੜੀ ਸੀ, ਨਿੱਕੀ ਕੁੜੀ ਨੂੰ ਫੜ ਕੇ ਤੇ ਉਹ ਮੇਰੀ ਕੁੜੀ ਨਾ ਠੰਡਾ ਦੁੱਧ ਨਹੀਂ ਪੀਂਦੀ ਹੈ। ਮੈਂ ਉਹਨੂੰ ਪਾਣੀ ਗਰਮ ਕਰਕੇ ਫਿਰ ਦੁੱਧ ਬਣਾ ਕੇ ਦਿੰਦੀ ਹਾਂ। ਉਹਨੂੰ ਨਾ ਠੰਡਾ ਦੁੱਧ ਦੇ ਰਹੇ ਸਨ, ਠੰਡਾ ਦੁੱਧ ਦੇ ਰਹੇ ਸਨ ਤੇ ਮੈਂ ਕਿਹਾ ਇਹਨੇ ਨਹੀਂ ਪੀਣਾ ਠੰਡਾ ਦੁੱਧ, ਨਹੀਂ ਇਹਨੇ ਪੀਣਾ ਗਰਮ ਦੁੱਧ ਪੀਏਗੀ। ਮੈਂ ਕਿਹਾ ਮੈਂ ਗਰਮ ਪਾਣੀ ਕਰਕੇ ਨਾ ਫਿਰ ਦੁੱਧ, ਨਹੀਂ ਇਹਨੇ ਪੀ ਲੈਣਾ, ਨਹੀਂ ਇਹਨੇ ਪੀ ਲੈਣਾ, ਪੀ ਲੈਣਾ, ਬਸ ਇੰਨੀ ਚੁਰਾਈ ਹੋਈ ਹੈ। ਤੇ ਦੁੱਧ ਉਹਨੂੰ ਧੱਕੇ ਨਾਲ ਪਿਆਈ ਜਾਂਦੇ ਪਏ ਨੇ, ਧੱਕੇ ਨਾਲ ਉਹਨੂੰ ਦੁੱਧ ਪਿਆਈ ਜਾ ਰਹੇ ਨੇ। ਤੇ 2 ਮਿੰਟ ਬਾਅਦ ਨਾ ਆਪੇ ਨਾ ਬੈੱਡ 'ਤੇ ਲੰਮੇ ਪਾਤੀ ਹੈ। ਮੈਂ ਚੁੱਕ ਕੇ ਨਾ ਤੈਨੂੰ ਆਪਣਾ ਫੀਡ ਕਰਾਉਣ ਲੱਗ ਪਈ ਹਾਂ ਕਿਉਂਕਿ ਮੈਨੂੰ ਕਾਫੀ ਜ਼ਿਆਦਾ। कितनी उम्र है बच्ची दी? 1 ਮਹੀਨੇ ਦੀ ਹੈ ਮੇਰੀ ਬੇਟੀ। 1 महीने की, ठीक है। ਮੈਂ ਨਾ ਐਸੇ ਐਤਵਾਰ ਨੂੰ ਨਾ ਛਿਲਾ ਨਹਾਉਣਾ ਸੀ। ਇਹ ਜਿਹੜੀ ਐਤਵਾਰ ਨਹੀਂ ਆ ਰਹੀ ਹਾਂਜੀ। ਉਸ ਦਿਨ ਮੈਂ ਛਿਲਾ ਨਹਾਉਣਾ ਹੈ। ठीक है। ਤੇ ਕੀ ਕਹੀਦਾ ਉੱਠ ਕੇ ਨਾ ਮੈਨੂੰ ਕਹਿੰਦੇ ਮੈਂ ਬਾਹਰ ਚੱਲਾਂ। ਗਲਾਸ ਤੇ ਪਾਣੀ ਦੀ ਬੋਤਲ ਲੈ ਕੇ ਨਾ ਬਾਹਰ ਸੇਨ 'ਚ ਚਲੇ ਗਏ ਨੇ। ਸੇਨ 'ਚ ਚਲੇ ਗਏ ਨੇ ਤੇ ਸੇਨ 'ਚ ਜਾ ਕੇ ਨਾ ਥੱਲੇ ਨਾ ਕੱਪੜਾ ਵਿਛਾ ਕੇ ਨਾ ਵਿਛੋਣੀ ਵਿਛਾ ਕੇ ਤੇ ਮੈਂ ਨਾ ਕੰਬਲ ਵੀ ਦੇ ਆਈ ਹਾਂ। ਮੈਂ ਕਿਹਾ ਲਓ ਕੰਬਲ ਵੀ ਉੱਤੇ ਲੈ ਲੈਣਾ, ਮੈਂ ਕੰਬਲ ਵੀ ਉੱਤੇ ਲੈ ਲੈਣਾ, ਬਾਹਰ ਹਵਾ ਠੰਡ ਹੈਗੀ, ਤੁਸੀਂ ਕੰਬਲ ਹੀ ਲੈ ਕੇ ਲੰਮੇ ਪਈਏ ਨਾ। ਤੇ ਕੀ ਕਹਿੰਦਾ ਜਾ ਕੇ ਨਾ ਉੱਥੇ ਬਾਰਿਸ਼ ਵਾਲੀ ਸਾਈਡ ਤੇ ਨਾ ਸਾਡਾ ਨਾ ਸੀਨ ਥੋੜਾ ਖੁੱਲਾ ਹੈਗਾ, ਉੱਥੇ ਬਾਰਿਸ਼ ਵਾਲੀ ਸਾਈਡ ਤੇ ਲੇਟ ਗਏ ਨੇ। ਲੇਟ ਗਏ ਨੇ ਤੇ ਉੱਥੇ ਬੋਲੀ ਜਾਂਦੇ ਪਏ ਨੇ, ਬੋਲੀ ਜਾ ਰਹੇ ਨੇ, ਬਦਤਮੀਜ਼ੀ ਕਰੀ ਜਾ ਰਹੇ, ਗਾਲਾਂ ਕੱਢੀ ਜਾ ਰਹੇ ਨੇ। अच्छा। ਤੇ ਕੀ ਕਹਿੰਦਾ ਅਸੀਂ ਨਹੀਂ ਬੋਲੇ ਹੈ। ਮੇਰੀ ਵੱਡੀ ਕੁੜੀ ਵੀ ਉੱਠ ਗਈ, ਮੇਰੀ ਛੋਟੀ ਕੁੜੀ ਵੀ ਉੱਠ ਗਈ, ਇੱਕ ਮੈਂ ਝੋਲੀ ਚੁੱਕੀ ਹੋਈ ਸੀ। ਮੈਂ 3 ਕੁੜੀਆਂ ਮੇਰੀਆਂ ਉੱਠੀਆਂ, ਸੰਸੋਈਆਂ ਨਹੀਂ ਸੀ ਹੋਈਆਂ, 3 ਉੱਠ ਕੇ ਬਹਿ ਗਈਆਂ। ਮੰਮਾ ਪਾਪਾ ਕਿਉਂ ਬੋਲ ਰਹੇ ਆ, ਪਾਪਾ ਕਿਉਂ ਗਾਲੀਆਂ ਨਿਕਾਲ ਰਹੇ ਆ। ਮੈਂ ਹਾਨੇ ਨੂੰ ਕਿਹਾ, ਮੈਂ ਕਿਹਾ ਹਾਨੇ ਤੈਨੂੰ ਪਤਾ ਨਾ ਤੇਰੇ ਪਿਓ ਦੀ ਆਦਤ ਹੈ, ਕੋਈ ਨਵੀਂ ਗੱਲ ਤਾਂ ਹੈ ਨਹੀਂ ਤੁਹਾਡੇ ਪਿਓ ਦੀ ਕੱਢਣ ਦੀ, ਗਾਲਾਂ ਕੱਢਦਾ ਪਿਆ। ਤੇ ਥੋੜੀ ਦੇਰ ਬਾਅਦ ਨਾ ਹਾਨੀ ਮੇਰੀ ਛੋਟੀ ਬੇਟੀ ਨੂੰ, ਵੱਡੀ ਬੇਟੀ ਨੂੰ ਆਵਾਜ਼ ਦਿੱਤੀ, ਹਾਨੀ ਨੂੰ, ਜੀ ਮੇਰੀ 7 ਸਾਲ ਦੀ ਬੇਟੀ ਹੈ। ਤੇ ਉਹਨੂੰ ਕਹਿੰਦੇ ਨੇ ਮੈਨੂੰ ਰੋਟੀ ਪਕਾ ਕੇ ਦੇ, ਮੈਨੂੰ ਰੋਟੀ। ਤੇ ਮੇਰੀ ਬੇਟੀ ਕਹਿੰਦੀ ਹੈ ਪਾਪਾ ਮੁਝੇ ਰੋਟੀ ਬਣਾਉਣੀ ਆਤੀ ਹੈ। ਤੇ ਕੀ कहता मैंने पेड़ा बना के दे, मैं आप रोटी बना लेना। कहनी पापा मुझे तो पेड़ा भी नहीं बनाना आता, तो सिलेंडर भी नहीं है, रोटी किसके ऊपर पकानी है। तो की कहता है बाचों कहते ने की कहता है जा अंदर जाके सोइया जाके। मेरी बड़ी बेटी ने कहने सो जा जाके। अच्छा। तो वो ना मेरे को आ गई, अंदर आ गई। मैं ना कुंडी मार के ना ते ताला मार लिया अंदर। मैं क्या सानू मारेगा, मैं क्या इन्हू रोटी नहीं मिलती पी है, सानू मारेगा। ना सिलेंडर है ना लकड़ा ने, कुछ भी नहीं है। जे लकड़ा मैं क्या भला लकड़ा नहीं, मैं तुम रोटी आप बना देती, लकड़ा भी नहीं है तो सिलेंडर भी नहीं है। तो असी बैठ गए हाँ तो की कहता है फिर बोली जाते पे ने बाहर, बोली जा रहे, कभी सिलेंडर चुक के जमीन ते मारते पे ने, कभी कोई शायद चुक के जमीन ते मारते पे ने, कभी कोई शायद 4 बारी इन्होंने सिलेंडर चुक के दीवार च मारिया। तो मैंने कहनी मम्मा सिलेंडर फट जाएगा। मैं कहा पुत्र सिलेंडर खाली है, रात का सिलेंडर नहीं फटेगा, सिलेंडर खाली है। इन्हें एक गल करके ना तो मेरी बेटी सो गई। दोवें मेरिया बेटियां मैं इन्होंने गुस्से जा हुई, मैं तुम सोवो, मैं तुम सुबह स्कूल जाना, तुम दोवें भैन सोवो। तो दोवें भैन लम्मे पै गई ने, लेटियां ने। तो की कहता है फिर बाहर गाने ला के बह गए ने, गाने ला के बह गए ने। 3 के पता नहीं 4 इन्होंने गाने लाए ने, 3 के पता नहीं 4 इन्होंने गाने लाए ने। तो गाने सुनन लग पे ने। तो मैं अंदर बैठी ना हसनी पई, मैं क्या वेख किस तरह के काम करता पिया, बाहर बैठा कोई हाल है वे, सारे सुते हैं तो गाने ला के उच्ची उच्ची। नशा वगैरह तो नहीं करदा? शराब पींदा। शराब पींदा? अच्छा। राती शराब पीती सी? मैनू ना पीती सी, मेरे ख्याल ना पीती सी। ठीक है, पीती सी। ठीक है। ते की कहदा है मैं क्या वे गाने ला के बह गया। इन्नी क देर च आके पेट्रोल सुट्टन लग पिया दरवाजे नूं, दरवाज़ा खोल, दरवाज़ा खोल। मैं क्या अच्छा खोलने आ, ठहर जाओ। मैं क्या चाबी मैं देखनी है, चाबी हानिया रख के सुती है। मैं अपनी बेटी ने इंज करके हिला आनी है, हानिया चाबी किधर रखी है, हानिया चाबी किधर रखी है। मेरिया कुड़ियां ना डर के ना अंदरों ताला ला लैंदियां ने कि सानू पापा मारेगा, सानू पापा मारेगा। मेरिया कुड़ियां नूं भी मारदा है, मैनू भी मारदा। मेरी कुड़ी जिहड़ी छोटी है ना दूसरे नंबर वाली इकरा, तकरीबन 3 साढ़े 3 साल की है। मेरी कुड़ी ना तकरीबन 2 महीने की सी कि पता नहीं 1.5 महीने की सी। इन्हें उन्होंने चुक के दीवार च मारिया सी। एक दिन उदों भी जेल च रह के आया है, इन्हें चुक के उन्होंने दीवार च मारिया सी।
ਤੇ ਮੇਰੀ ਕੁੜੀ ਹੱਕੀ ਬੱਕੀ ਰਹਿ ਗਈ ਸੀ। ਮੈਨੂੰ ਨਹੀਂ ਪਤਾ ਕਿਵੇਂ ਬੱਚੀ ਕਿਵੇਂ ਨਹੀਂ ਬੱਚੀ, ਮੈਨੂੰ ਅੰਦਾਜ਼ਾ ਨਹੀਂ ਹੈ। ठीक है। ਤੇ ਇਹਨੂੰ ਉਦੋਂ ਵੀ ਇਹਨੂੰ ਮਾਰਿਆ ਸੀ। ਠੀਕ ਹੈ। ਇਹਨੇ ਜੇਲ੍ਹ 'ਚ ਥਾਣੇ 'ਚ ਰਹਿ ਕੇ ਆਇਆ ਹੈ 751 ਦੀ ਜੇਲ੍ਹ 'ਚ ਰਹਿ ਕੇ ਆਇਆ। ठीक है। ਤੇ ਕੀ ਕਹਿੰਦਾ ਹੈ ਪੈਟਰੋਲ ਪਾਣ ਲੱਗ ਪਿਆ ਤੇ ਮੇਰੇ ਕੋਲ ਨਾ ਪਾਣੀ ਦੀਆਂ ਨਾ 2.5 ਲੀਟਰ ਦੀਆਂ ਬੋਤਲਾਂ ਗਈਆਂ ਸਨ। ਮੇਰੀ ਬੇਟੀ ਨਾ ਰਾਤ ਨੂੰ ਪਾਣੀ ਕੋਲ ਰੱਖ ਕੇ ਸੌਂਦੀ ਹੈ ਕਿ ਮੰਮਾ ਨੂੰ ਪਿਆਸ ਲਾ ਰਹੀ ਹੈ, ਮੰਮਾ ਨੂੰ ਖਾਂਸੀ ਆਉਂਦੀ, ਮੰਮਾ ਪਾਣੀ ਪੀਏਗੀ। ਤੇ ਮੈਂ ਨਾ ਉੱਠ ਕੇ ਨਾ ਉਹ ਪਾਣੀ ਨਾ ਪੈਟਰੋਲ ਦੇ ਵਿੱਚ ਮਿਕਸ ਕਰਤਾ। ਐਸਾ ਨਾ ਡੋਲਣ ਲੱਗ ਪਈਆਂ ਤੇ ਚਾਬੀ ਲੱਭਣ ਲੱਗ ਪਈਆਂ। ਮੈਂ ਕਿਹਾ ਤੇ ਤੀਲੀ ਲਾਉਣ ਤੋਂ ਪਹਿਲੇ ਦਰਵਾਜ਼ਾ ਖੋਲ੍ਹ ਲਈਏ ਅਸੀਂ, ਤੇ ਚਾਬੀ ਨਹੀਂ ਸਾਨੂੰ ਲੱਭਦੀ ਪਈ। ਇੰਨੀ ਦੇਰ 'ਚ ਇਹਨੇ 3-4 ਬੋਤਲਾਂ ਲੀਟਰ ਦੀਆਂ 1.5 ਲੀਟਰ ਦੀਆਂ, ਉਸ ਤੋਂ ਵੱਡੀ ਬੋਤਲ ਵੀ ਇੱਕ ਜੰਬੋ ਸਾਈਜ਼ ਦੀ ਹੁੰਦੀ ਹੈ, ਉਹ ਇਹਨੇ ਕਮਰੇ 'ਚ ਸੁੱਟ ਦਿੱਤੀ ਸਾਰੀ ਜਾਲੀ ਵਾਲੇ ਦਰਵਾਜ਼ੇ ਤੋਂ ਅੱਗੇ ਅੰਦਰ। ਤੇ 4 ਵਾਰੀ ਇਹਨੇ ਤੀਲੀ ਵਾਲੀ, 4 ਵਾਲੀ ਤੀਲੀ ਤੋਂ ਅੱਗ ਨਹੀਂ ਲੱਗੀ ਹੈ। 4 ਦਫਾ ਇਸ ਬੰਦੇ ਨੇ ਤੀਲੀ ਵਾਲੀ, ਲੇਕਿਨ ਤੀਲੀ ਅੱਗ ਲੱਗੀ ਹੈ। ਲੇਕਿਨ ਉਹ ਜਿਵੇਂ ਨੀ ਖੜਾ ਹੋ ਕੇ ਅੱਗ ਪਾ ਰਿਹਾ ਸੀ, ਜਿਵੇਂ ਨੀਵਾਂ ਹੋਣ ਲੱਗਦਾ ਸੀ ਨਾ ਉਂਝ ਹੀ ਅੱਗ ਬੁੱਝ ਜਾਂਦੀ ਸੀ। ਉਹ ਜਿਵੇਂ ਤੀਲੀ ਉਹ ਨੀਵੀਂ ਹੋਣ ਲੱਗਦਾ ਸੀ, 4 ਵਾਰੀ ਉਂਝ ਹੀ ਅੱਗ ਬੁੱਝ ਜਾਂਦੀ ਸੀ। ਫਿਰ ਇਹਨੇ ਥੱਲੇ ਬਹਿ ਕੇ ਸਾਂ ਅੱਗ ਲਾਤੀ। ਅਸੀਂ ਮਾਵਾਂ ਧੀਆਂ ਰੋਂਦੀਆਂ ਆ ਰਹੀਆਂ। बच्चियाँ कितनी सी? मेरी 3 बेटियाँ। 3 बेटियाँ थी आपकी? तीनों को आग लग गई? तीनों को। आपको भी? मुझे भी। ठीक है। तो मेरी एक बेटी 7 साल की है। ठीक है। एक 3.5-4 साल की है, और जो एक छोटी है ना सबसे छोटी है वो तो पीछे 1.25 महीने की भी पूरी नहीं हुई। यानी कि 1 महीने की तकरीबन 12-13 दिन की। 12 दिन की नहीं है अभी, 1 महीना 3 से 4 दिन की है। 5 दिन की लगा लें, 5 दिन की। आज अच्छा, इसने आग लगा दी, उसके बाद ये वहाँ से आज 35-36 दिन की हो गई है। फिर ये वहाँ से निकला, फरार हुआ क्या? नहीं नहीं कुछ भी नहीं इसने किया, बाहर देख के खड़ा रहा। खड़ा होके देखता रहा हमें अंदर। हम चीखे मार रहे थे, रो रहे थे, लाल दरवाज़ा खोलो, लाल दरवाज़ा खोलो, लेकिन इन्होंने दरवाज़ा नहीं खोला। तो ना हमारी जो किराएदार नहीं है ना, उसने ना देखा कि बाजी क्यों चीका मार दी पई है, बाजी वेखदी बच्चे भी चीका मार रहे हैं। उसने थोड़ा सा ना ऐसे दीवार, हमारी एक है सांझी दीवार है, एक ही दीवार है बीच में, उसने हमसे ऊपर होकर देखा तो कमरे में आग लगी हुई है, हम चीखे मार रहे हैं। वो बाहर से आई है, इसने उसको भी गालियाँ निकाली हैं, चल तू अपने घर। उसके मियाँ को वादे देने लग गया। अब अपनी बीवी ने अपने घर लेके जाती वो, लेकिन वो नहीं हिली दरवाजे से, वो नहीं हिली, वो चीखे मारती रही है। वो भी चीखे मार रही थी, रोला डाल रही थी। गली में से काफ़ी ज़्यादा बंदे इकट्ठे हो गए। और ये जमादार नहीं, जमादार 2 जमादार है हमारी। ठीक है। मैंने एक को मैं जानती हूँ, दूसरे को मैं नहीं जानती। ठीक है। एक आदमी को जो जमादार हमारा कचरा लेने आता है ना, उसको मैं जानती हूँ। ठीक है। वो कचरे वाले ने हमें बाहर निकाला है। ठीक है। मेरे पास है ना कोई ना, मेरी बेटी उठा के लेके गया बाहर, मुझे नहीं पता किसने उठाई है, मैं नहीं जानती, क्योंकि कमरे में अंधेरा था एक। अच्छा, उस घर में आप तीनों के अलावा, आप तीनों बेटियां आपकी और आप और आपके शोहर, इसके अलावा वहाँ पे कोई और रहता है? नहीं, और कोई नहीं रहता। और कोई नहीं रहता? आपकी जो सास ससुर वगैरह? वो फोटो गए हुए हैं। ठीक है। घर किराए का आपका या अपना? नहीं, हमारा अपना है। अपना है आपका? ठीक है। और मेरी जगह भी इसने सेल कर दी हुई है। मेरे अम्मी अब्बू ने मुझे 5 मरले की जगह दी थी, वो भी इसने सेल कर दी हुई है। मुझे धोखे में ला के इसने सेल की है। तो फिर इन्होंने मकान लिया, साथ ही गली में मकान लिया। मुझे कहते थे जरा सी मकान ला के अद्धा तेरे नाम ते लवावांगे, अद्धा अपने नाम ते लवावांगे, अद्धा तू अपने नाम ते तो अभी ये आपका ये चेहरा और इसके अलावा क्या क्या चीज़ें, यानी कि पूरी बॉडी को जो है ना वो आप जुलस गया सारा? मेरी ये चेस्ट तक सारी मेरी क्या कहते हैं जली हुई हूँ मैं, चेस्ट तक, मुँह से लेके चेस्ट तक है। और ये बाजू वगैरह हैं, सारे बाजू मेरे जले हुए हैं। तो ये क्या कहते हैं, ये घुटने वगैरह। चलें, ठीक है। वेलकम बैक नाज़रीन, ब्रेक के बाद खुश आमदीद कहता हूँ आपको। और इस वक्त मुतासरा जो खातून हैं उनकी फुफ्फो जो है वो मेरे साथ मौजूद है, जिनका भी रो रो के बुरा हाल है, और इनसे बात करते हैं। अस्सलाम वालेकुम। वालेकुम सलाम। माँ जी, अल्लाह दी ज़ात सब्र दवे, बड़ा जुल्म किया है। जी जी जी, ਇਹਨੇ 9 ਸਾਲ ਸਾਡੇ ਨਾਲ ਜ਼ੁਲਮ ਕਰਦੇ ਹੋਏ ਨੇ। ਇਹਨੇ ਇੱਕ ਦਿਨ ਸਾਨੂੰ 9 ਸਾਲ ਚ ਆਰਾਮ ਨਾਲ ਨਹੀਂ ਬੈਠਣ ਦਿੱਤਾ। ਇਹ ਸਾਨੂੰ ਇਸੇ ਤਰ੍ਹਾਂ ਕਰਦੇ, ਮੇਰੇ ਗਲੀ ਮੱਲੇ ਵਾਲੇ ਅੱਧੀ ਰਾਤ ਦਰਵਾਜ਼ਾ ਖੜਕਾ ਕੇ ਸਾਨੂੰ ਛਡਾ ਕੇ ਇਹਦੇ ਕੋਲੋਂ ਜਾਂਦੇ ਰਹੇ ਨੇ। ਇਹ ਉਸੇ ਵੇਲੇ ਸਾਡੀ ਬੱਚੀ ਇਹਦੇ ਨਾਲ ਫਿਰ ਟੁਰ ਪਈ। ਉਹਨੂੰ ਕਹਿੰਦਾ ਚੱਲ ਉੱਠ ਕੇ ਫਿਰ ਟੁਰ ਪਈ ਹੈ। ਇਹਨੇ ਸਾਡੀ ਮੇਰੀ ਇਲਤਜਾ ਹੈ ਕਿ ਜਿਸ ਤਰ੍ਹਾਂ ਨੇ ਆਪਣੀਆਂ ਬੱਚਿਆਂ ਨੂੰ ਸਾੜਿਆ ਨਾ, ਇਹ ਵੀ ਆਪ ਇਹਦੇ ਪਨਵਈਆ ਦੀਆਂ ਭੈਣਾਂ ਨੂੰ ਸਾੜਨ ਤੇ ਇਹਨੂੰ ਸ਼ਦਰੇ ਮੋੜ ਦੇ ਚੌਂਕ ਦੇ ਵਿੱਚ ਸਾੜਿਆ ਜਾਵੇ, ਜਿਸ ਤਰ੍ਹਾਂ ਨਿੱਕੀਆਂ ਨਿੱਕੀਆਂ ਬੱਚਿਆਂ ਦੀ ਮਾਂ ਨੂੰ ਸਾੜਿਆ ਸੋ, ਮਾਂ ਨੂੰ ਸਾੜਿਆ ਸੋ। ਪੂਰਾ ਬਹੁਤ ਬੁਰਾ ਹਾਲ ਹੈ। ਤੁਸੀਂ ਵੇਖ ਕੇ ਆਇਓ ਕੀ ਹਾਲ ਹੈ ਬੱਚੀਆਂ ਦਾ। ਤੁਹਾਡਾ ਵੀ ਰੋ ਰੋ ਕੇ ਉਹਦਾ ਬੁਰਾ ਹਾਲ ਹੈ। ਕਹਿੰਦਾ ਮੇਰਾ ਤਾਂ ਕੋਈ ਪੁੱਤਰ ਵੀ ਨਹੀਂ ਹੈ। ਪੁੱਤਰ ਨਹੀਂ ਹੈਗਾ, ਉਹਦੀਆਂ 2 ਬੱਚੀਆਂ ਨੇ, ਮਾਜ਼ੂਰ ਆਦਮੀ ਹੈ। ਇਸ ਬੰਦੇ ਨੇ ਨਵਾਂ ਸਾਲਾਂ 'ਚ ਸਾਨੂੰ ਇਸ ਬੰਦੇ ਨੇ ਭਾਈ ਨਸਲੇ, ਜੇ ਅਸੀਂ ਫੋਨ ਨਹੀਂ ਕਰ ਸਕਦੇ ਉਹਦੇ ਘਰ, ਅਸੀਂ ਫੋਨ ਕਰਾਂਗੇ ਤਾਂ ਕਹੇਗਾ ਵੀ ਗਸ਼ਤ ਗਿਆ, ਉਹ ਤੇਰੇ ਪਿਓ ਲੰਗੜੇ ਦਾ ਫੋਨ ਆਇਆ ਹੀ। ਅੱਛਾ, ਉਹ ਕਹੇਗੀ ਮੈਂ ਨਹੀਂ ਸੁਣਨਾ।
ਤੇ ਕਹੇਗਾ ਚੱਲ ਨਹੀਂ ਤੇ ਕਹਿੰਦਾ ਮੇਰੀ ਨੀਂਦ ਖਰਾਬ ਹੁੰਦੀ ਹੈ, ਮੇਰੇ ਘਰ ਫੋਨ ਨਾ ਕਰੋ, ਅਸੀਂ ਜਾਣਾ ਸਾਡਾ ਆਪਣੇ ਘਰੋਂ ਪਸੰਦ ਨਹੀਂ ਕਰਦਾ ਜੀ। ਅੱਛਾ ਅਸੀਂ 9 ਸਾਲ ਹੋ ਗਏ ਨੇ, ਮੈਂ ਇੱਕ ਦਫਾ ਗਈ ਸੀ, ਨੇ ਮੇਰੇ ਸਾਹਮਣੇ ਮਾਰਿਆ ਸੀ, ਉਸ ਤੋਂ ਬਾਅਦ ਮੈਂ ਉਹਦੇ ਘਰ ਨਹੀਂ ਤੁਹਾਡੇ ਗਈ। ਸਾਹਮਣੇ ਹੀ ਮਾਰਿਆ ਮੇਰੇ ਮਾਰ ਕਿਸੇ ਦਾ ਵੀ ਦੱਸ ਤੁਹਾਡਾ ਰਹੇ ਨੇ ਕਿ ਸ਼ਾਦੀ ਦੀ ਪਹਿਲੀ ਰਾਤ ਨੂੰ ਹੀ ਮਾਰਦਾ ਰਿਹਾ। ਮਾਰਦਾ ਬੋਲੇ ਕਹਿੰਦਾ ਸੀ, ਉਹਨੇ ਕਿਹਾ ਤੁਸੀਂ ਬਾਹਰ ਨਾ ਜਾਓ, ਤੁਹਾਡਾ ਘਰ ਕੱਲਾ ਹੈ ਤੇ ਮੈਨੂੰ ਡਰ ਆਉਂਦਾ। ਇਸੇ ਗੱਲ ਤੇ ਇੰਨਾ ਮਾਰਿਆ ਸੂ, ਇੰਨਾ ਮਾਰਿਆ ਸੂ। ਇਹ ਸਾਡੀ ਬੱਚੀ ਨੇ ਨਹੀਂ ਦੱਸਿਆ। ਉਹ ਸਿਰ ਮੇਰੀ ਭਤੀਜੀ ਫੌਤ ਹੋ ਗਈ ਸੀ, ਜਵਾਨ ਵਿਆਹੀ। ਅਸੀਂ ਮੋਦਰ ਦੀ ਵੀ ਸੀ। ਇਸ ਬੰਦੇ ਨੇ ਸਾਨੂੰ ਉਸ ਜਨਾਜ਼ੇ ਦੇ ਟਾਈਮ ਵੀ ਵਕਤ ਪਾ ਛੱਡਿਆ। ਸਾਨੂੰ ਇਹਨੇ ਸੁੱਖ ਨਹੀਂ ਲੈਣ ਦਿੱਤਾ ਇੱਕ ਦਿਨ ਵੀ। ਜੇ ਅਸੀਂ ਦੁਲਹਨ ਬਣ ਕੇ ਤਾਂ ਸਟੇਜ ਤੇ ਗਈ ਤੇ ਇੱਕ ਬੰਦਾ ਤੁਹਾਡੇ ਵਾਂਗੂ ਕਹਿੰਦਾ ਆਪਣੀ ਭਾਬੀ ਨੂੰ ਜਿਹਨਾਂ ਰਿਸ਼ਤਾ ਕਰਾਇਆ ਸੀ, ਕਹਿੰਦਾ ਭਾਬੀ ਨੀ ਐਡੀ ਸੋਹਣੀ ਹੋਰ ਲੱਗੀ ਜਾਂਦੀ ਹੈ ਕਿ ਬਿੱਜੂ ਜੀ ਦਾ ਗੱਲ ਲਾਤੀ ਜੇ। ਭਾਬੀ ਕਿਸੇ ਚੰਗੇ ਦਾ ਰਿਸ਼ਤਾ ਕਰਾਉਂਦੀ ਹੈ ਨਾ। ਅਸੀਂ ਉੱਥੇ ਚੁੱਪ। ਇਹਦੇ ਸ਼ਾਦੀ ਵਾਲੇ ਦਿਨ ਤੋਂ ਰਹਿ ਕੇ ਅੱਜ ਦੇ ਦਿਨ ਤੱਕ ਇਹਨੇ ਸਾਨੂੰ ਸਕੂਨ ਨਹੀਂ ਪਾਈ ਨੇ ਲੈਣ ਦਿੱਤਾ। ਅੱਛਾ ਮੈਨੂੰ ਇੱਕ ਗੱਲ ਦੱਸੋ ਮਾਂ ਜੀ ਕਿ ਇਹ ਕੀ ਮਾਮਲਾ ਕੀ ਬਣਿਆ ਹੈ? ਕਿਉਂ ਇਹਨੇ ਐਡਾ ਜਲਾਦ ਬਣ ਗਿਆ? ਇਹਨੇ ਆਪਣੇ ਬੱਚਿਆਂ ਨੂੰ ਵੀ ਸਾੜਤਾ ਸ਼ਰਾਬ ਪੀ। ਮੇਰੀ ਗੱਲ ਸੁਣੋ, ਇਹਦੀ ਭੈਣ ਕਿਸੇ ਸਹੇਲੀ ਦੇ ਘਰ ਚਲੀ ਗਈ। ਇਹਨੂੰ ਪਤਾ ਲੱਗਾ, ਦੋਸਤ ਕਿਸੇ ਨੇ ਦੱਸਿਆ ਤੇਰੀ ਭੈਣ ਤੇਰੀ ਸਹੇਲੀ ਦੇ ਘਰ ਗਈ ਹੈ। ਇਹਨੇ ਮਾਂ ਨੂੰ ਕਹਿੰਦਾ ਮਾਂ ਤੈਨੂੰ ਭਾਈ ਸਬਜ਼ੀ ਵਾਲਾ ਪਿਆ ਬੁਲਾਉਂਦਾ ਹੀ। ਇਹਨੇ ਮਾਂ ਨੂੰ ਸਬਜ਼ੀ ਦਾ ਬਹਾਨੇ ਬਾਹਰ ਕੱਢ ਕੇ ਭੈਣ ਦਾ ਡੇਲਾ ਕੱਢ ਦਿੱਤਾ ਸੀ ਬਾਹਰ। ਇਹ ਭਾਈ ਏਡਾ ਡਾਡਾ ਜੇ ਤੇ ਸਾਨੂੰ ਨਹੀਂ ਇਹਨਾਂ ਗੱਲਾਂ ਦੇ ਪਤਾ ਸੀ। ਜੇ ਸਾਨੂੰ ਕੋਈ ਗੱਲ ਦਾ ਪਤਾ ਲੱਗਦਾ ਮੈਂ ਕਦੀ ਨਾ ਆਪਣੀ ਮਜ਼ਦੂਰ ਤਰਾ ਦਿੱਤੀ ਇਹਨੂੰ ਦਿੰਦੀ, ਮੈਂ ਕਦੀ ਨਾ ਦਿੱਤੀ ਆਪਣੀ ਦਿੰਦੀ। ਨਹੀਂ ਤੇ ਇਹ ਮਾਮਲਾ ਬਣਿਆ ਕੀ ਸੀ? ਲੜਾਈ ਕਿਉਂ ਹੋਈ ਸੀ? ਐਵੇਂ ਲੜਦਾ ਇਹ ਕੱਪੜਾ ਨਹੀਂ ਚੰਗਾ, ਇਹ ਜੁੱਤੀ ਨਹੀਂ ਪਾਲਿਸ਼ ਕੀਤੀ, ਇਹ ਫਲਾਣਾ, ਬਸ ਇਹ ਲੜਾਈ। ਕੰਮ ਕੀ ਕਰਦਾ ਹੈ? ਕੰਮ ਇਹੋ ਹੀ ਹਾਰ ਰੋਡ ਤੇ ਲੱਗਾ ਹੈ ਨਾ। ਸੋਲਰ ਦਾ ਕੰਮ ਕਰਦਾ ਹੈ, ਯੂਪੀਐਸ ਦਾ। ਯੂਪੀਐਸ ਹੀ ਕਰਦਾ ਜੋ ਵੀ ਕੋਈ। ਮੈਂ ਤਾਂ ਕੋਈ ਪਾਪ ਨੇ ਜਵਾਈ ਤੁਸੀਂ ਜਿਵੇਂ ਰਿਸ਼ਤਾ ਕਰਾਵੋ, ਮੈਂ ਤਾਂ ਤੁਹਾਡੇ ਮੂੰਹ ਨੂੰ ਕੁਝ ਪੁੱਛਿਆ ਹੀ ਨਹੀਂ ਸੀ ਕਿ ਕੀ ਕਰਦਾ। ਉਹ ਦੱਸ ਰਹੇ ਨੇ ਕਿ ਵਸੀਮ ਸਾਹਿਬ, ਕੋਈ ਵਸੀਮ ਸਾਹਿਬ ਆਹੋ, ਉਹਨਾਂ ਨੇ ਕੋਈ ਰਿਸ਼ਤਾ ਕਰਵਾਇਆ ਨਾ। ਵਸੀਮ ਵੀ ਸਾਡਾ ਜਵਾਈ ਹੈ, ਮੇਰੀ ਭੈਣ ਦਾ ਜਵਾਈ ਹੈ ਨਾ। ਇਹ ਉਹਦਾ ਇਹਨੇ ਆਪਣੇ ਮਾਮੇ ਦੇ ਪੁੱਤਰ ਦਾ ਸਾਡਾ ਰਿਸ਼ਤਾ ਕਰਾਇਆ। ਅੱਛਾ ਅੱਛਾ ਅੱਛਾ। ਮੈਂ ਉਹਨੂੰ 10 ਮਰਲੇ ਜਗ੍ਹਾ ਦਿੱਤੀ, ਇਹਨੇ 18 ਲੱਖ ਦੀ ਉਹ ਵੀ ਵੇਚ ਦਿੱਤੀ। ਇਹਨੇ ਮੈਂ ਸੋਨੇ ਦੀ ਚੇਨ ਪਾਈ, ਮੈਂ ਐਡੇ ਸ਼ੌਕ ਨਾਲ ਦੇ ਕੰਮ ਪੂਰੇ ਕੀਤੇ। ਇਹਨੇ ਕਹਿੰਦਾ ਚੇਨ ਤਾਂ ਝੂਠੀ ਸੀ। ਅਸੀਂ ਕਿਹਾ ਚੱਕਿਆ ਦੇ ਗੁਲਜ਼ਾਰ ਸੁਨਿਆਰਾ ਉਹਦੇ ਕੋਲ ਲੈ ਆ, ਉਹਦੇ ਕੋਲ ਪੁੱਛ ਰਿਹਾ ਝੂਠੀ ਹੈ ਕਿ ਸੱਚੀ ਹੈ। ਤੇ 6 ਮਰਲੇ ਜਗ੍ਹਾ ਸਾਡੀ 18 ਵੇਚ ਕੇ ਤੇ ਇਹਨੇ ਉਹ ਵੀ ਆਪਣੇ ਨਾਂ ਤੇ ਮਕਾਨ ਖਰੀਦ। ਤੇ ਉਹ ਦੱਸ ਰਹੇ ਨੇ ਕਿ ਸ਼ਰਾਬ ਪੀਂਦਾ ਵੀ ਹੈ, ਵੇਚਦਾ ਵੀ ਹੈ। ਪੀਂਦਾ ਵੀ ਹੈ, ਵੇਚਦਾ ਵੀ। ਸਾਰਾ ਜੀਆ ਮੂਸੇ ਦੇ ਇਹਦੇ ਮਾਮੇ ਉਹ ਵਸੀਮ ਵੀ ਰੱਜ ਕੇ ਪੀਂਦਾ। ਵਸੀਮ ਰੱਜ ਕੇ ਪੀਂਦਾ, ਮੀਆਂ ਸ਼ਾਬ ਰੱਜ ਕੇ ਪੀਂਦਾ। ਇਹ ਸਾਰੇ ਭਰਾ ਸ਼ਰਾਬਾਂ ਪੀਂਦੇ। ਤੁਹਾਨੂੰ ਪਹਿਲੇ ਨਹੀਂ ਪਤਾ ਸੀ? ਨਹੀਂ ਸੀ ਪਤਾ। ਜੇ ਪਤਾ ਹੁੰਦਾ ਅਸੀਂ ਅਨਪੋਲ ਕਿਉਂ ਡੁੱਬਦੇ? ਅਸੀਂ ਅਨਪੋਲ ਕਿਉਂ ਡੁੱਬਦੇ? 9 ਸਾਲ ਤੋਂ ਹੀ ਇਸ ਤਰ੍ਹਾਂ ਜ਼ੁਲਮ ਕਰਦਾ ਆ ਰਿਹਾ। ਇੱਕ ਦਿਨ ਇਹਨੇ ਖਾਨ ਤੋਂ ਤੁਸੀਂ ਇਹਦੇ ਘਰ ਚਲੇ ਜਾਓ ਨਾ, ਅਸੀਂ ਇਹਦੇ ਘਰ ਹੀ ਦੇਣ ਗਏ ਸਾਂ। ਇਹਨੇ ਮੇਰੀ ਈਦ ਬਾਹਰ ਸੁੱਟ ਦਿੱਤੀ ਸੀ। ਅਸੀਂ ਇਹਦੇ ਘਰ ਹੀ ਦੇਣ ਗਏ ਸਾਂ, ਹਾਲੇ ਸਾਡੀ ਧੀ ਮੰਗੀ ਸੀ ਤੇ ਅਸੀਂ ਇਹਦੇ ਘਰ ਹੀ ਦੇਣ ਗਏ ਤੇ ਈਦ ਬਾਹਰ ਸੁੱਟ ਦਿੱਤੀ ਸੀ। ਮੈਂ ਸਾਰੇ ਕੋਈ ਟੋਕਰੀ ਚੀਜ਼ ਇਕੱਠੀ ਕਰਕੇ ਤੇ ਘਰ ਲਿਆ। ਤੇ ਇੱਕ ਬੁੱਢੀ ਮੈਨੂੰ ਸ਼ਰਾਬ ਤੇ ਮੇਰੀ ਕਹਿੰਦੀ ਭੈਣ ਨਹੀਂ ਦੇ ਕੇ ਆਈ। ਮੈਂ ਕਿਹਾ ਉਹਨੇ ਨਹੀਂ ਰੱਖੀ। ਤਾਂ ਅੱਗੋਂ ਮੈਨੂੰ ਕਹਿੰਦੀ ਹੈ ਭੈਣ ਮੇਰਾ ਵੀ ਜਵਾਈ ਆ ਹਜਾਂ ਨੇ ਵੀ ਨਹੀਂ ਰੱਖੀ। ਅਸੀਂ ਚੁੱਪ ਕਰਕੇ ਲਿਆ ਕੇ ਟੋਕਰੀ ਘਰ ਰੱਖ ਲਈ। ਉਹ ਬਾਪ ਦਾ ਬੁਰਾ ਹਾਲ ਹੈ, ਰੋ ਰੋ ਕੇ ਵਿਚਾਰਾ ਰੋ ਰਿਹਾ ਹੈ। ਉਹ ਮੇਰੇ ਨਾਲ ਹੈ ਕਿ ਮੇਰੀ ਸ਼ਾਦੀ ਨਹੀਂ ਹੋਈ, ਮੈਂ ਇਹਦੇ ਕੋਲ ਹੀ ਰਹਿੰਦੀ। ਮੈਂ ਸਾਰੀ ਉਮਰ ਮਸ਼ੀਨ ਚਲਾ ਕੇ ਕੰਮ ਕੀਤਾ, ਸਾਰੀ ਉਮਰ ਮਸ਼ੀਨ ਚਲਾ ਕੇ ਕੰਮ ਕੀਤਾ, ਪਰ ਇਹਨਾਂ ਭਰਾਵਾਂ ਵਾਸਤੇ ਕੀਤਾ। ਪਰ ਮੈਂ ਫਕੀਰ ਬਣ ਗਈ ਹਾਂ, ਮੇਰਾ ਪਲੇ ਟਕਾ ਨਹੀਂ ਜੇ ਹੋਣੇਗਾ ਆਈ ਸਮਝ। ਪਰ ਇਹ ਜਵਾਈ ਸਾਡਾ ਬੰਦਾ ਨਹੀਂ ਜੇ ਨਾ ਬੰਨਾ ਇਹ ਸਾਡੀ। ਇਹ ਮੈਨੂੰ ਗੱਲ ਦੱਸੋ, ਇਹ ਰਾਤੀ ਜਦੋਂ ਇਹ ਮਾਮਲਾ ਹੋਇਆ, ਇਹ ਗੱਲ ਤੁਹਾਨੂੰ ਬੱਚੀ ਨੇ ਦੱਸੀ ਤੇ ਆਈ ਹੈ ਨਾ, ਅਸੀਂ ਵੀ ਗਏ ਸਾਂ। ਇਹ ਕੀ ਮਾਮਲਾ ਹੋਇਆ? ਕੀ ਬੇਸਿਕ ਦੱਸੋ, ਤੁਸੀਂ ਦੱਸੋ। ਕੁਛ ਵੀ ਨਹੀਂ, ਕੁਛ ਵੀ ਨਹੀਂ। ਬਸ ਕਹੇਗਾ ਸਾਲਨ ਨਹੀਂ ਚੰਗਾ, ਰੋਟੀ ਨਹੀਂ ਚੰਗੀ, ਪਾਣੀ ਨਹੀਂ ਚੰਗਾ। ਮੈਂ ਕਈ ਵਾਰੀ ਕਿਹਾ ਤੁਸੀਂ ਨੀਲਾਂ ਵੀ ਇੰਝ ਹੁੰਦੇ ਨੇ, ਸਹੇਲੀਆਂ ਵੀ ਹੁੰਦੀਆਂ ਨੇ, ਮਾਵਾਂ ਧੀਆਂ ਵੀ ਬਣ ਜਾਂਦੀਆਂ ਨੇ। ਜੇ ਉਹ ਛੋਟੀ ਉਮਰ ਦੇ ਵਿੱਚ ਹੈ ਨਾ, 13 ਸਾਲ ਦੀ, ਹੁਣ ਤਾਂ 20 ਸਾਲ ਦੀ ਹੋ ਗਈ ਹੈ ਨਾ, ਜੇ ਛੋਟੀ ਉਮਰ 'ਚ ਤੂੰ ਉਹਨੂੰ ਪੁੱਤਰ ਕਹੋ ਕਿ ਨੂਰ ਇੰਝ ਨਹੀਂ ਤੇ ਇੰਝ ਕਰ ਲੈ, ਇੰਝ ਨਹੀਂ ਤੇ ਇੰਝ ਕਰ ਲੈ। ਦੱਸ ਰਹੇ ਨੇ ਕਿ ਰਾਤੀ ਅੱਗ ਲਗਾ ਕੇ ਸੇਨ ਦੇ ਵਿੱਚ ਫਿਰਦਾ ਰਿਹਾ। ਆਪ ਸੇਨ 'ਚ ਫਿਰਦਾ ਰਿਹਾ। ਲੋਕਾਂ ਨੇ ਪੁੱਛਿਆ ਤੁਹਾਡੇ ਅੰਦਰੋਂ ਧੂਆਂ ਮੀਆਂ ਸਾਹਿਬ ਧੂਆਂ ਪਿਆ ਨਿਕਲਦਾ? ਕਹਿੰਦਾ ਅੱਗ ਲੱਗੀ ਹੈ। ਉਹਨੇ ਕਿਹਾ ਅੱਗ ਕਿ ਲੱਗੀ? ਫਿਰ ਜਮਾਦਾਰ ਗਲੀ ਵਾਲੇ ਸਫਾਈ ਵਾਲੇ ਆਏ ਨੇ, ਉਹਨਾਂ ਨੇ ਫਿਰ ਆਣ ਕੇ ਸ਼ੋਰ ਪਾਇਆ ਤੇ ਉਹ ਜਮਾਦਾਰ ਛੱਡ ਕੇ ਗਏ ਨੇ। ਫਿਰ ਉਹਨਾਂ ਕੱਢਿਆ, ਆਪ ਨਹੀਂ ਹੱਥ ਅੱਗੇ ਹੋਇਆ। ਤੇ ਫਿਰ ਨਾਲ ਦਾ ਹਮਸਾਇਆ ਸੁਨਿਆਰਾ ਹੈਗਾ ਆਸਫ, ਉਹ ਫਿਰ ਇੱਥੇ ਲੈ ਕੇ ਸੁਣਿਆ ਆਇਆ। ਦੱਸੋ ਐਸਾ ਵੱਡਾ ਹੋਰ ਕੀ ਜ਼ੁਲਮ? ਭੈਣਾਂ ਤੇਰੀਆਂ ਨਾਲ ਵਸਦੀਆਂ ਨੇ ਪਈਆਂ, ਹੁਣ ਬੈਠੀਆਂ ਨੇ ਆਣ ਕੇ ਉੱਥੇ। ਭੈਣਾਂ ਬਾਹਰ ਨਿਕਲ ਕੇ ਭਰਾ ਨੂੰ ਡਾਂਟਦੀਆਂ, ਵੀਰ ਇਹ ਕੀ ਕੀਤਾ ਈ? ਕਿਸੇ ਨੇ ਕੁਛ ਨਹੀਂ ਕਿਹਾ। ਉਹ ਬੜਾ ਕੁੱਤਾ ਪਾਈ ਹੈ, ਭੈਣਾਂ ਨਹੀਂ ਉਹਦੇ ਨਾਲ ਬੋਲਦੀਆਂ ਕੋਈ ਨਹੀਂ। ਮੇਰੀ ਆਪਣੇ ਵੀ ਕਹਿੰਦੀ ਬਾਜੀ ਮੈਨੂੰ ਤਾਂ ਪਤਾ ਨਹੀਂ ਸੀ, 25 ਸਾਲ ਹੋ ਗਏ ਨੇ ਕਹਿੰਦੇ ਅਸੀਂ ਮਾਮੇ ਨੂੰ ਨਹੀਂ ਮਿਲੇ।
ਇਹ ਜਵਾਨ ਹੋਇਆ ਤਾਂ ਅਸੀਂ ਇਹਦਾ ਰਿਸ਼ਤਾ ਕਰਾਇਆ ਤਾਂ ਸਾਨੂੰ ਮਿਲਣ ਲੱਗਾ ਅਸੀਂ ਮਾਮੇ ਦੀਆਂ ਕਰਤੂਤਾਂ ਤੋਂ ਛੱਡ ਦਿੱਤਾ ਆ ਆਈ ਸਮਝ ਇਹਨੂੰ ਕੋਈ ਨਹੀਂ ਜੇ ਮਿਲਦਾ ਕੋਈ ਬੰਦਾ ਨਹੀਂ ਜਿਹਨੂੰ ਮਿਲਦਾ ਸਾਡੇ ਘਰ ਵੀ ਨਿਆਣਾ ਹੋਵੇ ਤਾਂ ਮੈਂ ਡਰਦੀ ਰਹਿੰਦੀ ਹਾਂ ਹਾਏ ਇਹਦੇ ਲਈ ਕੀ ਕਰੀਏ ਜੇ ਅਸੀਂ ਵੇਖੋ ਨਾ ਮਾੜਾ ਬੰਦਾ ਇਹੋ ਹੀ ਗੋਸ਼ਤ ਸਬਜ਼ੀ ਦਾਲ ਹੀ ਹੋਏਗੀ ਨਾ ਤੁਸੀਂ ਆਓਗੇ ਤਾਂ ਕਹੇਗਾ ਕੀ ਖਵਾਇਆ ਅਸੀਂ ਚੁੱਪ ਅਸੀਂ ਕਹਿੰਦੇ ਪੁੱਤ ਸਾਡੇ ਕੋਲ ਜੋ ਹੈਗਾ ਅਸੀਂ ਉਹੀ ਖਵਾਉਣਾ ਉਹ ਮੈਨੂੰ ਦੱਸ ਰਹੇ ਨੇ ਕਿ ਸਾਡੇ ਘਰ ਆਇਆ ਮੈਂ ਇਹਨੂੰ ਜਾ ਕੇ ਚਰਗਾ ਲਿਆ ਕੇ ਦਿੱਤਾ ਪਰਸੋਂ ਰਾਤੀ ਹੋ ਰਿਹਾ ਕਿਸਾ ਵਿਚਾਰਾ ਸੌਦਾ ਵੇਚ ਕੇ ਆਇਆ ਆਪਣੀ ਰਾਤ 'ਚੋਂ 1000 ਰੁਪਇਆ ਕੱਢਿਆ ਕੀ ਕੱਢਿਆ ਕੁੜੀ ਨੇ ਕਿਹਾ ਬਾਜੀ ਪਾਪਾ ਮੈਨੂੰ ਜਾ ਕੇ ਗੱਲਾਂ ਕਰੇਗਾ ਜੋ ਤੁਸੀਂ 1000 ਰੁਪਏ ਦਾ ਉੱਥੇ ਰੋਟੀ ਲੈ ਆਵੋ ਜਾ ਦੱਸੋ ਕੀ ਕਰੀਏ ਉਹ ਸਾਨੂੰ ਇਸ ਬੰਦੇ ਨੇ ਇੰਨਾ ਜ਼ਾਲਮ ਕੀਤਾ ਮੈਂ ਕਹਿੰਦੀ ਹਾਂ ਛਤਰਾ ਮੋੜ ਦੇ ਉੱਤੇ ਖਿਲਾਰ ਕੇ ਜਿਵੇਂ ਇਹਨੇ ਸਾੜਿਆ ਨਾ ਇਹਨੂੰ ਇੰਝ ਸਾੜਿਆ ਜੀ ਅੱਛਾ ਮੈਨੂੰ ਮਾਜੀ ਤੁਸੀਂ ਇਹ ਦੱਸੋ ਉਹ ਬੱਚੀਆਂ ਮਾਸੂਮ ਉਹਨੂੰ ਆਪਣੀ ਛੋਟੀ ਬੱਚੀ ਦਾ ਰਹਿਮ ਨਹੀਂ ਆਇਆ ਆਇਆ ਉਹ ਜਿਹੜੀ ਇਕਰਾ ਹੈ ਨਾ ਇਕਰਾ ਜਿਹੜੀ ਵਿੱਚ ਘਰ ਦੀ ਉਹਨੂੰ ਕਹਿੰਦਾ ਹੁੰਦਾ ਮੇਰਾ ਜਾਨੂ ਇਹ ਮੇਰੀ ਜਾਨ ਹੈ ਮੇਰੀ जान तो कहेगी मामा बाजी खालदा हम इसे बाज ना भेजना या पापा वैसे ही जी करते हैं मेरी मम्मा को बड़ा मारते बच्चियां कहंदियां बच्चियां क्या ओदी बड़ी छोटी चपेड़ मारी सासू ओदी आँख 15 दिन खून आया रहा सी मैं उस हस्पताल दवाई जा के ओदी आँख ठीक की सी एडा ज़ालम है अपनी धीआं दा भी नहीं ਅੱਗ ਲਾਈ ਇਹਦੇ ਘਰ ਦੇ ਵਿੱਚ ਇਹਦੇ ਮਾਪਿਓ ਇਹਦੇ ਭੈਣ ਭਰਾ ਕੋਈ ਨਹੀਂ ਕੋਈ ਵੀ ਨਹੀਂ ਇਹਦੇ ਨਾਲ ਕੋਈ ਬੋਲਦਾ ਨਹੀਂ ਜੇ ਮਾਂ ਮਰ ਗਈ ਹੈ ਪਿਓ ਮਰ ਗਿਆ ਭੈਣਾਂ 3 ਹੈਗੀਆਂ ਨੇ ਵਿਆਹੀਆਂ ਇੱਕ ਭੈਣ ਨੇ ਚੂੜਾ ਕੀਤਾ ਆ ਉਹ ਜਿਹੜੀ ਨਾਲ ਬੈਠੀ ਸੀ ਨਾ ਪਰਲੀ ਛੋਟੀ ਮੰਜੀ ਦਾ ਤੇ ਜਿਹਨੂੰ ਕਾਕੀ ਛੋਟੀ ਹੈ ਜਿਹਦੇ ਕੋਲ ਉਹਨੇ ਜਮਾਦਾਰ ਕੀਤਾ ਆ ਸਾਨੂੰ ਇਹ ਵੀ ਨਹੀਂ ਸੀ ਪਤਾ ਨਹੀਂ ਤੇ ਮੈਨੂੰ ਪਤਾ ਹੁੰਦਾ ਕਿ ਇਹਨਾਂ ਗਿਆ ਖਸਲਤਾਂ ਇਹਨਾਂ ਚੂੜੇ ਚੜ ਕੀਤੇ ਨੇ ਮੈਂ ਕਦੀ ਰਿਸ਼ਤਾ ਕਰਦੀ ਇਹਨਾਂ ਦੇ ਮੈਂ ਕਦੀ ਨਾ ਰਿਸ਼ਤਾ ਕਰਦੀ ਮੈਂ ਗਰੀਬ ਕਿਸੇ ਨੂੰ ਦੇ ਦਿੰਦੀ ਲੂਣ ਵਿੱਚ ਖਾਣ ਵਾਲੇ ਪਰ ਇਹਨਾਂ ਨੂੰ ਨਾ ਦਿੰਦੀ ਉਹਨੇ ਸਾਰਾ ਨੂਰ ਨੂੰ ਜਲਾ ਦਿੱਤਾ ਸਾਰੇ ਨੂਰ ਨੂੰ ਜਲਾਤਾ ਉਹਨੇ ਸਾਰੇ ਨੂਰ ਨੂੰ ਜਲਾਤਾ ਜੇ ਸਾਰਾ ਜਲਾਤਾ ਮੇਰੇ ਕੋ ਬਰਕਤ ਟਾਉਂ ਇੰਨੇ ਲੋਕ ਰਿਸ਼ਤਾ ਮੰਗਣ ਤਾਂ ਮੈਂ ਨਾ ਦਿੱਤਾ ਸਾਡੀ ਕਿਸਮਤ ਸੜ ਗਈ ਅਸੀਂ ਮੁਸੀਬਤਾਂ ਵੇਖਣੀਆਂ ਸਨ ਸਾਰੀਆਂ ਆਏ ਮੈਂ ਤੇ ਇਲਤਜਾ ਕਰਾਂਗੀ ਕਿ ਇਸ ਬੰਦੇ ਨੂੰ ਜਿਵੇਂ ਸਾਡੀਆਂ ਬੱਚੀਆਂ ਚਵਾਂ ਨਾਲ ਕੀਤਾ ਸੋ ਵੀ ਸਾਡੀਆਂ ਬੱਚੀਆਂ ਤੁਹਾਡਾ ਫੜਿਆ ਵੀ ਗਿਆ ਪਤਾ ਨਹੀਂ ਮੈਨੂੰ ਨਹੀਂ ਪਤਾ ਮੈਂ ਤੇ ਦੱਸ ਰਹੇ ਨੇ ਫੜਿਆ ਗਿਆ ਤੇ ਮਹੱਲੇਦਾਰਾਂ ਨੇ ਆਪ ਫੜਵਾਇਆ ਉਹਨੂੰ ਜਾਂ ਉੱਥੇ ਹੀ ਮੌਕੇ ਤੇ ਫੜਿਆ ਗਿਆ ਮੈਨੂੰ ਮੈਂ ਝੂਠ ਕਦੀ ਨਹੀਂ ਬੋਲਿਆ ਮੈਂ ਅੱਲਾ ਦੇ ਘਰ ਹੋ ਕੇ ਆਈ ਹਾਂ ਮੈਂ ਝੂਠ ਨਹੀਂ ਕਦੀ ਬੋਲਿਆ ਤੇ ਕਿਉਂ ਹੁਣ ਮੁਤਾਲਬਾ ਕੋਈ ਕਰਨਾ ਚਾਹੁੰਦੇ ਹੋ ਅਸੀਂ ਕਰਨੇ ਆ ਕਿ ਇਹਨੂੰ ਫਾਂਸੀ ਲਾਵੋ ਇਹਨੂੰ ਫਾਂਸੀ ਨਹੀਂ ਲਾਉਂਦੀ ਤੈਨੂੰ ਸ਼ਦਰੇ ਮੋੜ ਦੇ ਉੱਤੇ ਖਿਲਾਰ ਕੇ ਇਹਦੇ ਤੇ ਵੀ ਪੈਟਰੋਲ ਪਾਓ ਕੋ ਤੂੰ ਆਪਣੀਆਂ ਬੱਚੀਆਂ ਦਾ ਸਾਡੀ ਕੁੜੀ ਤੇ ਛੱਡ ਦੇਵੇ ਤੂੰ ਆਪਣੀਆਂ ਬੱਚੀਆਂ ਦਾ ਪਾਇਆ ਨਾ ਮਾਸੂਮ ਬੱਚੀ ਦਾ ਸੋਚ ਲੈਂਦਾ ਸੋਚ ਛੋਟੀ ਮਾਸੂਮ ਬੱਚੀ ਜਿਹੜੀ ਅੱਜ ਸ਼ਰਾਬ ਨਹੀਂ ਨਰਤੀ ਹੈ ਉਹਨੂੰ ਤੇ ਇਹ ਨਹੀਂ ਪਤਾ ਕਿ ਮੇਰਾ ਪਿਓ ਮੈਨੂੰ ਕੀ ਕਰ ਰਿਹਾ ਹੈ ਕੀ ਕਰ ਮੇਰਾ ਤੇ ਪੈਟਰੋਲ ਸੁੱਟ ਰਿਹਾ ਮੈਂ ਤਾਂ ਪੈਟਰੋਲ ਸੁੱਟ ਦਿਆ ਇਹਨੂੰ ਮਾਰ ਦੇ ਘਰ ਤੇ ਜਾ ਕੇ ਵੇਖੋ ਮੈਂ 2.5 ਲੱਖ ਦਾ ਫਰਨੀਚਰ ਦਿੱਤਾ ਫਰੀਜ 80,000 ਦਾ ਦਿੱਤਾ ਸਭ ਕੁਝ ਉਹ ਸੜ ਕੇ ਸੁਆਗ ਸਾਰਾ ਘਰ ਹੀ ਸੜ ਗਿਆ ਤਿੱਲੀਆਂ ਬਲੀਆਂ ਸੋ ਨਹੀਂ ਬਲੀਆਂ ਜਿਸੇ ਬਹਿ ਕੇ ਤਿੱਲੀ ਲਾਈ ਸੁਣਾ ਅੱਗ ਤੇ ਫਿਰ ਲੱਗ ਗਈ ਸੋ ਕੀ ਕਹਿ ਰਹੇ ਹੋ 4 ਤਿੱਲੀਆਂ ਬਾਲੀਆਂ ਸੋ ਅੱਗ ਨਹੀਂ ਲੱਗੀ ਜਿਸੇ ਪੰਜਵੀਂ ਬਹਿ ਕੇ ਬਾਲੀ ਸੋਨਾ ਤੇ ਫਿਰ ਅੱਗ ਲੱਗ ਗਈ ਸੋ ਫਿਰ ਅੱਗ ਲੱਗ ਗਈ ਪੈਟਰੋਲ ਸੁੱਟਿਆ ਨੇ ਪੂਰੇ ਘਰ 4 ਬੋਤਲਾਂ 4 ਬੋਤਲਾਂ 9 ਬੋਤਲਾਂ ਲਿਆ ਕੇ ਰੱਖੀਆਂ ਸਾਸੂ ਦੱਸੀ ਤਾਂ ਪਈ ਸੀ ਨੂਰੀ 9 ਲਿਆ ਕੇ ਕਹਿੰਦਾ ਸੀ ਪੈਟਰੋਲ ਬੜਾ ਮਹਿੰਗਾ ਤੇ ਮੈਂ ਘਰ ਲਿਆ ਕੇ ਰੱਖ ਛੱਡਣਾ ਵਾ ਉਹ ਮੁੜ ਕੇ 4 ਬੋਤਲਾਂ ਕੇ 5 ਇਹਨਾਂ ਉੱਤੇ ਰੋੜੀਆਂ ਓਹੋ ਕੋਈ ਮੁਤਾਲਬਾ ਕਰਨਾ ਚਾਹੁੰਦੇ ਹੋ ਅਸੀਂ ਤਾਂ ਪੁੱਤਰ ਮੈਂ ਹੱਥ ਜੋੜ ਕੇ ਕਹਿੰਦੀ ਹਾਂ ਪੰਜਾਬ ਮਰੀਮ ਨਵਾਜ਼ ਸਾਹਿਬਾ ਅੱਗੇ ਮਰੀਮ ਨਵਾਜ਼ ਸਾਹਿਬ ਇਹੋ ਹੀ ਕਰੇ ਕਿ ਇਹੋ ਜਿਹੇ ਬੰਦਿਆਂ ਨੂੰ ਸਰੇਆਮ ਫਾਂਸੀ ਲਾ ਦੇ ਇੱਕ ਦੋ ਨੂੰ ਆਪੇ ਅੱਗੋਂ ਤੋਂ ਕਿਸੇ ਦੀਆਂ ਧੀਆਂ ਨਾਲ ਜ਼ੁਲਮ ਨਾ ਕਰਨ ਮੇਰੀ ਤੇ ਹੋਈ ਇਲਤਜਾ ਮਾਂ ਪਿਓ ਇਸ ਵਾਸਤੇ ਧੀਆਂ ਵਿਆਹੁੰਦੇ ਨੇ ਹਾਏ ਮਾਂ ਕੋਈ ਮਾਰ ਕੇ ਸੁੱਟ ਦਿੰਦਾ ਹੈ ਕੋਈ ਜਲਾ ਕੇ ਸੁੱਟ ਦਿੰਦਾ ਹੈ ਇਹ ਧੀਆਂ ਦੇ ਇਸ ਤਰ੍ਹਾਂ ਹੀ ਨਸੀਬ ਰਹਿਣੇ ਸਾਡੀਆਂ ਗਰੀਬ ਦੀਆਂ ਧੀਆਂ ਨੇ ਗਰੀਬਾਂ ਦੀਆਂ ਧੀਆਂ ਗਰੀਬਾਂ ਦੀਆਂ ਫਿਰ ਦਿੰਦਾ ਇਹ ਤਾਂ 5000 ਰੁਪਇਆ ਹੋਰੇ ਕਿਵੇਂ ਕਰਕੇ ਦੇ ਕੇ ਕਹਿੰਦਾ ਸੀ ਲੜਾਈ ਪਾਈ ਰੱਖੀ ਸੋ ਤੇਰਾ ਪਿਓ ਕੰਜਰ ਪੈਸੇ ਕਿਉਂ ਦੇਣ ਆਇਆ ਫਿਰ ਸਾਨੂੰ ਮੋੜਨ ਆਉਣ ਲੱਗਾ ਕਿ ਮੈਂ ਨਹੀਂ ਰੱਖਣੇ ਉਹਨਾਂ ਦੇ ਪੈਸੇ ਫਿਰ ਨੂਰੀ ਨੇ ਕਿਹਾ ਹੈ ਪਾਪਾ ਪੈਸੇ ਦੇਣਾ ਹੈਗਾ ਤਾਂ ਰੱਖਣਾ ਤੇ ਮੇਰੀ ਭਣੇਵੀਂ ਜੀ ਨੇ ਰਿਸ਼ਤਾ ਕਰਾਇਆ ਸੀ ਉਹਨੇ ਕਿਹਾ ਜਿੱਦਾਂ ਦੀ ਤੁਸੀਂ ਦੇ ਕੇ ਆਏ ਨਾ ਉਦੋਂ ਦਾ ਮਾਰਦਾ ਪਿਆ ਤੇਰਾ ਪਿਓ ਕੰਜਰ ਸਾਡੇ ਘਰ ਪੈਸੇ ਕਿਉਂ ਦੇਣਾ ਹੈ ਮੈਂ 5000 ਰੁਪਇਆ ਨਹੀਂ ਲੈਣ ਵਾਲਾ ਗਾ और किनिया कैसे उनका लाता मैं दसी हालात हैं जी नाज़रीन के आप देख लें कि जो ये नूर है जो कि मुतासरा ख़ातून है ये उनकी पुप्पो हैं और उसकी माँ भी है और ये लम्हा फ़िक्री है इनका भी रो रो के बुरा हाल है और आपने इनकी सारी जो कहानी है वो इन्हीं की ज़ुबानी भी सुन ली है कि किस तरीके से उस शख्स ने बिलाल जिसका नाम है
बिलाल बिला वजह लड़ता, कोई लड़ाई नहीं कर। मैं अगले दिन क्या मैं आख्या नूर, मैं कसम खा के कहनी हाँ मेरी नूर है कुछ नहीं कहती, किसी गल तो तंग नहीं करती, पर बिलाल सानू खिलाउण नहीं दे। वो कहने क्यों रहिंदी ओहदे घर, ये तो कोई बड़ा भरा नहीं है, कोई नहीं। कोई भी नहीं है। ਉਹ ਜੀਰਾ ਉਹਨੂੰ ਜੀਰਾ ਬਲੇਡ ਕਹਿੰਦੇ ਹੁੰਦੇ ਸਨ, ਜੀਏ ਮੂਸੇ ਚ ਕਿਤੇ ਉਹ ਮਰ ਗਿਆ ਨਸ਼ੇ 'ਚ, ਲੋਕਾਂ ਦੀਆਂ ਚੀਜ਼ਾਂ ਚੁੱਕਦਾ ਸੀ। तो ये हालात है जी नाज़रीन, आपने जो है आज के प्रोग्राम ताकुब में देखा कि किस तरीके से हमने आज आपको दिखाया कि एक खातून नूर, जिसको उसके शोहर ने जो है वो पेट्रोल छिड़क कर आग लगा दी, और उसी को नहीं बल्कि अपनी 3 बेटियों को भी जो है आग लगाई है, और वो चारों जो माँ और बेटियाँ जो हैं वो इस वक्त हॉस्पिटल में ज़ेर इलाज हैं और ज़िंदगी और मौत की कश्मकश में मुब्तला हैं। और उस शख्स को जो है वो गिरफ़्तार कर लिया गया है, रात को उसको गिरफ़्तार किया गया शादरा पुलिस की जानब से, और ये इलाका जो मकीन है उन्होंने जो है उसको गिरफ़्तार करवाया है और उसको पकड़ा है। और वो बदबख्त शख्स जो है और वो जल्लाद जो है किस तरीके से उसने अपने बच्चों को जो है वो पहले अपनी बीवी पर तशद्दुद करता रहा, फिर अपने बच्चों को आग लगाई, और फिर आग लगा के पूरे सहन में घूमता रहा, देखता रहा, तमाशा देखता रहा, और उनकी चीखें सुनता रहा कि वो जल रही हैं। लेकिन उस पर कितना हौसला, मैं समझता हूँ कि ऐसे शख्स को जो है सरेआम फांसी देनी चाहिए और ऐसे शख्स को इबरत का निशान बनाया जाए, ताकि जो है दूसरी बेटियों के साथ जो है ऐसा मामला ना हो सके। अगले प्रोग्राम तक के लिए अपने मेज़बान नईम भट्टी को दीजिए इजाज़त। अल्लाह निगहबान।